ਇਹ ਮੈਂ ਪਰਪਸਲੀ ਇਸ ਤਰ੍ਹਾਂ ਲਿਖਿਆ ਨਹੀਂ ਸੀਗਾ। ਦਿਸ ਵਾਸ August 18th 2018 ਜਦੋਂ ਇਹ ਗਾਣਾ ਲਿਖ ਹੋਇਆ। ਉਹਦੀ ਰਾਈਮ ਇਸ ਤਰ੍ਹਾਂ ਦੀ ਹੈ, ਮੈਨੂੰ ਐਂ ਲੱਗਦਾ ਸੀ ਕਿ ਉਹ ਕੰਪੋਜੀਸ਼ਨ 'ਚ ਨਹੀਂ ਬਚ ਸਕਦਾ ਬਿਕੋਜ਼ ਉਹਦੀ ਜਿਹੜੀ ਬੈਰ ਹੈ ਮੈਨੂੰ ਲੱਗਦਾ ਸੀ ਫਲੋ 'ਚ ਨਹੀਂ ਆਉਣੀ ਕਿਸੇ ਵੀ ਤਾਲ 'ਚ। ਕਾਰ ਚਲਾਉਂਦੇ ਨਾ ਜਿਵੇਂ ਤੁਸੀਂ ਚੱਲਦੇ ਆ ਤੇ ਆਪ ਹੀ ਬਣ ਗਿਆ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰ ਦੇ ਨੇ ਅੱਖਰ। ਮੇਰੇ ਨਾਲ ਜਨਰਲੀ ਇੱਦਾਂ ਹੋ ਜਾਂਦਾ। ਵੈਸੇ ਮੈਂ ਪਰਪਸਲੀ ਕਦੀ ਜ਼ਬਰਦਸਤੀ ਬੈਠ ਕੇ ਗਾਣਾ ਨਹੀਂ ਲਿਖਦਾ, ਜਦ ਤੱਕ ਨਹੀਂ ਆਉਂਦਾ ਮੈਂ ਉਹਨੂੰ ਛੇੜਦਾ ਨਹੀਂ। ਮੈਂ ਜਾਣਾ 1 ਦਿਨ ਜਾਂ 2 ਦਿਨ ਲਈ ਸਾਰੇ ਗਾਣੇ ਡੱਬ ਕਰਨ, ਉਸ ਤੋਂ ਬਾਅਦ ਉਹ ਜਾਣਨ, ਉਹਨਾਂ ਦਾ ਕੰਮ ਜਾਣੇ। ਹਾਂਜੀ, ਸ਼ੂਟ ਤੇ ਗਾਣਾ ਪਹੁੰਚ ਜਾਂਦਾ ਤੇ ਗਾਣਾ ਰਿਲੀਜ਼ ਹੋ ਜਾਂਦਾ। ਇਹ ਗਾਣਾ ਕੈਨ ਯੂ ਇਮੇਜਿਨ ਕਿ ਅਸੀਂ 17 ਵਾਰੀ ਇਹਦੇ 'ਚ ਚੇਂਜਸ ਕੀਤੀਆਂ ਹੋਣੀਆਂ। ਕੈਨ ਯੂ ਇਮੇਜਿਨ ਇਹ ਅਸੀਂ ਵੀਡੀਓ ਸ਼ੂਟ ਕਰ ਚੁੱਕੇ ਸੀ। ਮੈਂ ਆਸਟ੍ਰੇਲੀਆ ਤੋਂ ਵਾਪਸ ਆ ਗਿਆ। ਡਿਊਰਿੰਗ ਸ਼ੂਟ ਜਦੋਂ ਸ਼ੂਟ ਸ਼ਾਮ ਨੂੰ ਖਤਮ ਹੋ ਗਿਆ ਤੇ ਮੇਰੇ ਜ਼ਿਹਨ 'ਚ ਨਾ ਇਹ ਤਰਜ਼ ਵੱਜੀ ਜਾਵੇ। ਮੈਂ ਕਿਹਾ ਯਾਰ ਇਸ ਤਰ੍ਹਾਂ ਤਾਂ ਮੈਂ ਅੰਤਰਾ ਗਾਇਆ ਹੀ ਨਹੀਂ। ਫਿਰ ਆਇਆ ਮੈਂ ਕਿਹਾ ਵੀਡੀਓ। ਸੋ ਉਹ ਮੈਨੂੰ ਥੋੜ੍ਹਾ ਜਿਹਾ ਇਸ ਤਰ੍ਹਾਂ ਦਾ ਲਾਲਚ ਸੀਗਾ ਕਿ ਜਦੋਂ ਜੀ ਕਰਦਾ ਇਜ਼ਾਫਤ ਕਰ ਲੈਂਦੇ ਸੀ, ਜਦੋਂ ਜੀ ਕਰਦਾ ਸੀ ਐਡੀਟਿੰਗ ਕਰ ਲੈਂਦੇ ਸੀ। 7 ਪੈਰੇ ਰਿਕਾਰਡ ਕਰ ਲਿਆ ਅਲੱਗ-ਅਲੱਗ। ਪਹਿਲਾਂ ਇਹ ਮਤਲਬ ਕਿ ਇਹ ਜਿਹੜੀ ਕੰਪੋਜੀਸ਼ਨ ਹੈ ਸਿੱਧੀ ਸੀਗੀ, ਫਿਰ ਕਿਉਂਕਿ ਗੁਰਮੁਖੀ ਤਾਂ ਸਾਰਿਆਂ ਨੂੰ ਪਤਾ ਜਿਹੜੇ ਪੰਜਾਬ 'ਚ ਆ। ਅਸੀਂ ਦੱਸ ਕੇ ਇਹਨਾਂ ਨੂੰ ਰਹੇ ਹਾਂ ਜਿਨ੍ਹਾਂ ਨੂੰ ਇਹਦੇ ਬਾਰੇ ਨਹੀਂ ਪਤਾ। ਸੋ ਮੈਂ ਪਰਪਸਲੀ ਇਹ ਚੀਜ਼ ਬਣਾਈ ਕਿ ਯਾਰ ਐਲੀਮੈਂਟਸ ਉਹ ਹੋਣ, ਜਿਵੇਂ ਸੈਕਸੋਫੋਨ ਵੱਜ ਰਿਹਾ, ਡਿਸਟੋਰਟਡ ਗਿਟਾਰ ਵੱਜ ਰਹੀ ਆ, ਪਿੱਛੇ ਪਰਕਸ਼ਨ ਦੇ ਲਈ ਡਰਮ ਵੱਜ ਰਹੇ ਨੇ। ਜਿਹੜੀ ਉਹਦੇ 'ਚ ਕੁੜੀ ਆ ਉਹਦੇ ਤੁਸੀਂ ਸੂਟ ਕਿੱਡਾ ਸਾਰਾ ਕੁਝ ਪਾਇਆ ਹੋਇਆ, ਪਰ ਜੇ ਤੁਸੀਂ ਉਹਦੀ ਓਰੀਜਨ ਪੁੱਛੋ ਤੇ ਉਹ ਰਸ਼ੀਅਨ ਤੇ ਇਜ਼ਰਾਈਲੀ ਓਰੀਜਨ ਦੀ ਕੁੜੀ। ਪੰਜਾਬੀ ਲੱਗ ਰਹੀ ਹੈ। ਬਿਲਕੁਲ। ਦੋਸਤ ਸੀਗੇ, ਮੈਂ ਕਿਹਾ ਚਲੋ ਹੁਣ ਤੁਹਾਡੀ ਵਾਰੀ ਹੈ, ਦੱਸੋ ਮੈਨੂੰ। ਹਿਸਟਰੀ ਵਾਲੇ ਵੀ ਆਓ, ਲਿਟਰੇਚਰ ਵਾਲੇ ਵੀ ਆਓ। ਉਹ ਵਿਚਾਰੇ ਦੁਖੀ 25 ਦਿਨ ਮੇਰੇ ਤੋਂ ਭੱਜਦੇ ਰਹਿਣ। ਮੇਰਾ ਫੋਨ ਵੀ ਚੱਕਣਾ ਉਹਨੇ ਬੰਦ ਕਰਤਾ ਕਿ ਇਹਨੂੰ ਸਾਨੂੰ ਕੀ ਪੁੱਛੂਗਾ। ਔਰ ਲੋਕਾਂ ਨੂੰ ਅਵੇਅਰ ਕਰ ਦੋ ਕਿ ਯਾਰ ਇਹ ਤੁਸੀਂ ਪੀਓਗੇ ਨਾ ਹੈਲਥੀ ਵੀ ਰਹੋਗੇ, ਤੁਹਾਡੀ ਸਿਹਤ ਵੀ ਖਰਾਬ ਨਹੀਂ ਹੋਊਗੀ, ਤੁਸੀਂ ਸ਼ਾਮ ਨੂੰ ਨਾਲੀ 'ਚ ਵੀ ਨਹੀਂ ਡਿੱਗਣਾ। ਸੋ ਮੈਨੀ ਥਿੰਗਸ। ਆਫਿਸ 'ਚ ਹੁੰਦੇ ਆ, ਉੱਥੇ ਲਿਖਿਆ ਹੁੰਦਾ +92 ਤੇ ਉਹ ਕਹਿੰਦੇ ਪਾਕਿਸਤਾਨ ਤੋਂ ਕਾਲ ਆ, 16 ਮਿਸ ਕਾਲ ਹੁੰਦੀਆਂ। ਮੈਂ ਕਿਹਾ ਯਾਰ ਚੱਕ ਲਓ, ਪਤਾ ਨਹੀਂ ਕੀ ਹੋਣਾ। ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰ ਦੇ ਨੇ ਅੱਖਰ, ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ। ਸਤਿ ਸ਼੍ਰੀ ਅਕਾਲ ਸਰਤਾਜ। ਸਤਿ ਸ਼੍ਰੀ ਅਕਾਲ। ਵੈਲਕਮ ਟੂ ਕੈਨ ਪੰਜਾਬ ਯੈਟ ਅਗੇਨ। ਥੈਂਕ ਯੂ। ਯੂ ਹੈਵ ਬੀਨ ਅ ਬਿਜ਼ੀ ਮੈਨ almost one tour after the other ਤੇ which song releases? ਹਾਂਜੀ। How do you manage all this? This is I think my passion. This is the zeal within me, and yeah, I don't think I am putting so much effort for this. Right. This is just so natural for me. Right. If I am not doing anything, then it's a problem for me. True that. Yeah. So ਜੇ ਤੁਸੀਂ ਗੁਰਮੁਖੀ ਦਾ ਬੇਟਾ ਵਰਗਾ ਗਾਣਾ ਕੱਢਿਆ, ਜੀ, ਇੱਕ ਟ੍ਰੈਂਡ ਨੂੰ ਇੱਕ ਨਾ ਜ਼ੋਰ ਦੀ ਚਪੇੜ ਮਾਰ ਦਿਓ ਤੁਸੀਂ ਹਰ ਵਾਰੀ ਆਪਣਾ ਗਾਣਾ ਲੈ ਕੇ ਆਨੇ। ਐਂਡ ਦੈਨ ਦੇयर इज दिस songs about female clips, female hair, female skirts, female coke and all that, and then there's suddenly script, a song based on the script. Yeah. What were you thinking? No, I didn't think anything. I think ਇਹ ਜਿਹੜੀਆਂ ਅਫਸਾਨੇ ਨੇ, ਸ਼ਾਇਰੀ, ਨਜ਼ਰਾਨੇ ਨੇ, ਇਹ ਮੈਨੂੰ ਇਤਫਾਕ ਨਾਲ ਆਉਂਦੇ ਆ। ਮਤਲਬ ਮੈਂ ਕਦੀ ਇਹਨੂੰ ਜ਼ਬਰਦਸਤੀ ਨਹੀਂ ਲਿਖਿਆ ਕਿ ਅੱਛਾ ਯਾਰ ਸੋਚੀਏ, ਬੋਲੀ ਤੇ ਲਿਖੀਏ, ਸਕ੍ਰਿਪਟ ਤੇ ਲਿਖੀਏ। ਜੋ ਉਸ ਤਰ੍ਹਾਂ ਕਰੋਗੇ ਤੇ ਉਹਦੇ 'ਚੋਂ ਤੁਹਾਨੂੰ ਫੀਲ ਆ ਜਾਏਗੀ ਕਿ ਅੱਛਾ ਯਾਰ ਇਹਨਾਂ ਨੇ ਥੋੜੀ ਬਣਾਵਟ ਕਰਨ ਦੀ ਕੋਸ਼ਿਸ਼ ਕੀਤੀ ਆ। ਦੈਟ ਇਜ਼ ਦੀ ਵਰਸਟ ਥਿੰਗ ਅਬਾਊਟ ਲਾਈਕ ਅਕੋਰਡਿੰਗ ਟੂ ਮੀ towards the creation of any creative person. ਚੀਜ਼ ਪਹਿਲਾਂ ਉਹਨੂੰ ਵਰਜਨ ਤਰੀਕੇ ਨਾਲ ਆਉਣ ਦਿਓ ਜਿਸ ਤਰ੍ਹਾਂ ਹੈਗੀ ਹੈ। ਉਸ ਤੋਂ ਬਾਅਦ ਤੁਸੀਂ ਉਹਨੂੰ ਕੀ ਕਰਨਾ, ਰਿਲੀਜ਼ ਕਰਨਾ ਨਹੀਂ ਕਰਨਾ, ਰਿਕਾਰਡ ਕਰਨਾ ਨਹੀਂ ਕਰਨਾ, ਹਾਊ ਟੂ ਸ਼ੂਟ, ਨਾਟ ਟੂ ਸ਼ੂਟ, ਉਹ ਅਲੱਗ ਗੱਲਾਂ ਨੇ। ਬਟ ਇਹ ਮੈਂ ਪਰਪਸਲੀ ਇਸ ਤਰ੍ਹਾਂ ਲਿਖਿਆ ਨਹੀਂ ਸੀਗਾ। ਦਿਸ ਵਾਸ August 18th 2018 ਜਦੋਂ ਇਹ ਗਾਣਾ ਲਿਖ ਹੋਇਆ। ਸੋ ਜਦੋਂ ਸ਼ੁਰੂ 'ਚ ਬਣਿਆ ਤੇ ਇੱਥੇ ਸੀਗੇ ਅਸੀਂ ਬੈਠੇ, ਮੈਂ ਕਾਰ 'ਚ ਆਉਂਦੇ ਨੇ ਜਿਵੇਂ ਦੋਸਤ ਬੈਠੇ ਸੀਗੇ। ਮੈਂ ਕਿਹਾ ਯਾਰ ਇੱਕ ਨਵਾਂ ਗਾਣਾ ਲਿਖਿਆ ਤੇ ਉਹਨਾਂ ਨੂੰ ਬੜਾ ਵਧੀਆ ਲੱਗਾ। ਪਰ ਉਹਨਾਂ ਨੂੰ ਮੈਂ ਸੁਣਾਇਆ ਜਿੱਦਾਂ ਮੁਸ਼ਾਇਰੇ 'ਚ ਨਹੀਂ ਸੁਣਾਈਦਾ ਕਿ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰ ਦੇ ਨੇ ਅੱਖਰ, ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ, ਕੋਇਲਾਂ ਨੂੰ ਮਿਲ ਗਈ ਇਹ ਸਭਨਾਂ ਦੀ ਸਹਿਮਤੀ ਪਰ ਜਿਹੜਾ ਰੋਂਦਿਆਂ ਵੀ ਨੱਚੇ ਉਸ ਮੋਰ ਦੇ ਨੇ ਅੱਖਰ। ਉਹਦੀ ਰਾਈਮ ਇਸ ਤਰ੍ਹਾਂ ਦੀ ਹੈ, ਮੈਨੂੰ ਐਂ ਲੱਗਦਾ ਸੀ ਕਿ ਉਹ ਕੰਪੋਜੀਸ਼ਨ 'ਚ ਨਹੀਂ ਬਚ ਸਕਦਾ ਬਿਕੋਜ਼ ਉਹਦੀ ਜਿਹੜੀ ਬੈਰ ਆ ਮੈਨੂੰ ਲੱਗਦਾ ਸੀ ਫਲੋ 'ਚ ਨਹੀਂ ਆਉਣੀ ਕਿਸੇ ਵੀ ਤਾਲ 'ਚ। ਸਮਹਾਉ ਆਫਟਰ ਵੀਕ ਔਰ 2 ਕਾਰ ਚਲਾਉਂਦੇ ਨਾ ਜਿਵੇਂ ਤੁਸੀਂ ਚੱਲਦੇ ਆ ਤੇ ਆਪ ਹੀ ਬਣ ਗਿਆ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰ ਦੇ ਨੇ ਅੱਖਰ, ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ।
ਤੇ ਮੈਂ ਆ ਕੇ ਰਿਦਮ ਚੈੱਕ ਕੀਤੀ ਕਿ ਉਹ ਟੈਂਪੋ ਠੀਕ ਸੀਗਾ 86 ਟੈਂਪੋ ਕੈਰਲੇ ਦੀ ਠੀਕ ਹੈ। ਮੈਂ ਕਿਹਾ ਤਾਂ ਮਤਲਬ ਉਹ ਇਤਫਾਕ ਸੋ ਦੋਨੋਂ ਚੀਜ਼ਾਂ ਆਮ ਹੁੰਦੀਆਂ ਨੇ, ਇਹਦੇ ਵਿੱਚ ਕੋਈ ਵੀ ਥਾਟ ਪਰਪਸਲੀ ਨਹੀਂ ਹੈ। ਫੁੱਲਾਂ ਨੂੰ ਕੌਣ ਦੱਸੇ ਕਿ ਤੁਹਾਨੂੰ ਦਾਨ ਚ ਮਿਲੇ ਨੇ, ਫੁੱਲਾਂ ਨੂੰ ਕੌਣ ਦੱਸੇ ਤੁਹਾਨੂੰ ਦਾਨ ਚ ਮਿਲੇ ਨੇ। ਸੋ ਜਦੋਂ ਤੁਹਾਨੂੰ ਆਮਦ ਹੁੰਦੀ ਹੈ ਤੇ ਤੁਹਾਡਾ ਫਰਸਟ ਰਿਐਕਸ਼ਨ ਕੀ ਹੁੰਦਾ, ਯਾਨੀ ਹਾਊ ਡੂ ਯੂ ਮਨ ਰਿਐਕਟ ਟੂ ਦੈਟ? ਇਟਸ ਲਾਈਕ ਓ ਮਾਈ ਗੁੱਡਨੈਸ, ਬਲਿਸਫੁਲਨੈਸ, ਇਟਸ Right. ਐਕਸਟੇਸੀ ਜਿਹੜੀ ਇਨ ਜਨਰਲ ਹੋ ਸਕਦਾ ਇਹਨੂੰ ਲੋਕ ਬਹੁਤ ਆਈ ਡੋਨਟ ਨੋ ਕੀ ਅਸਿਊਮ ਕਰਨਗੇ ਇਸ ਚੀਜ਼ ਤੋਂ, ਬਟ ਆਮਦ ਵਾਕਈ ਹੀ ਇੱਕ ਬਹੁਤ ਪ੍ਰੀਸ਼ੀਅਸ ਚੀਜ਼ ਹੈ ਜੇਕਰ ਉਹ ਟਰੂਲੀ ਹੈਪਨ ਹੁੰਦੀ ਹੋਵੇ ਤੁਹਾਡੇ ਨਾਲ। ਮੇਰੇ ਨਾਲ ਜਨਰਲੀ ਇੱਦਾਂ ਹੋ ਜਾਂਦਾ। ਵੈਸੇ ਮੈਂ ਪਰਪਸਲੀ ਕਦੀ ਜ਼ਬਰਦਸਤੀ ਬੈਠ ਕੇ ਗਾਣਾ ਨਹੀਂ ਲਿਖਦਾ, ਜਦ ਤੱਕ ਨਹੀਂ ਆਉਂਦਾ ਮੈਂ ਉਹਨੂੰ ਛੇੜਦਾ ਨਹੀਂ। ਤੇ ਉਹ ਪਰ ਉਹ ਜਿਹੜਾ ਜਿਸ ਤਰ੍ਹਾਂ ਸੀ ਸਾਡੇ ਆਸਟ੍ਰੇਲੀਆ ਟੂਰ ਦਾ ਇਸ ਵਾਰੀ ਨਾਮ ਸੀ ਐਕਸਟੇਸੀ ਟੂਰ 2019, ਉਹ ਮੈਂ ਇਸੇ ਕਰਕੇ ਰੱਖਿਆ ਸੀਗਾ ਕਿ ਉਹ ਜਿਹੜੀ ਵਿਸਮਾਦੀ ਅਵਸਥਾ ਆ ਤੁਹਾਡੇ ਚੈਨ ਦੀ, ਸਕੂਨ ਦੀ, ਜਿੱਦਾਂ ਇੱਕ ਮੈਡੀਟੇਸ਼ਨ ਵਾਂਗੂ ਹੁੰਦਾ, ਤੁਹਾਨੂੰ ਸਾਰਾ ਕੁਝ ਭੁੱਲ ਜਾਂਦਾ, ਤੁਹਾਡੇ ਫੋਨ ਬੰਦ ਨੇ, ਤੁਸੀਂ ਬਾਹਰ ਵੀ ਕਹਿੰਦੇ ਹੋ ਕਿ ਅੱਛਾ ਹੁਣ ਨਾ ਕੋਈ ਅੰਦਰ ਆਇਆ ਦਿਸ ਹੈ। ਸੋ ਯਾ ਦੈਟ ਕਾਈਂਡ ਆਫ ਆ ਜਿਹੜੀ ਟਿੱਬਿਆਂ ਚ ਟਹਿਕੇ ਉਸ ਹੋਰ ਦੇ ਨੇ ਅੱਖਰ, ਆ ਤੁਹਾਨੂੰ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ, ਜੀ ਮੈਂ ਗੁਰਮੁਖੀ ਦਾ ਬੇਟਾ। ਜਦੋਂ ਤੁਸੀਂ ਇਹ ਗਾਣਾ ਬਣਾ ਰਹੇ ਸੀ ਤੇ ਜਦੋਂ ਅਸੀਂ ਪਹਿਲੀ ਵਾਰੀ ਇਹ ਗਾਣਾ ਦੇਖਿਆ, ਸੋ ਇੱਕ ਚੀਜ਼ ਜਿਹੜੀ ਸਾਨੂੰ ਸਟ੍ਰਾਈਕ ਕੀਤੀ ਉਹ ਸੀਗੀ ਕਿ ਜਨਰਲੀ ਤੁਹਾਡੇ ਗਾਣੇ ਜਤਿੰਦਰ ਸ਼ਾਹ ਕੰਪੋਜ਼ ਕਰਦੇ ਨੇ ਮਿਊਜ਼ਿਕ, ਤੇ ਇਸ ਵਾਰੀ ਬੀਟ ਮਿਨਿਸਟਰ ਨੇ ਕੀਤਾ। ਸੋ ਇਸ ਵਾਰੀ ਸ਼ਾਹ ਜੀ ਕਿਉਂ ਨਹੀਂ ਜੁੜੇ ਤੁਹਾਡੇ ਨਾਲ? ਨਹੀਂ, ਇਸ ਤਰ੍ਹਾਂ ਦਾ ਕੋਈ ਉਹ ਨਹੀਂ ਹੈਗਾ। ਬੀਟ ਨੇ ਪਹਿਲਾਂ ਵੀ ਸਾਡਾ ਕੰਮ ਮਾਸੂਮੀਅਤ, ਜੇ ਤੁਸੀਂ ਗਾਣਾ ਸੁਣਿਆ ਹੋਵੇ, ਮੈਨੂੰ ਥੋੜਾ ਜਿਹਾ ਇਸ ਵਾਰੀ ਇਹ ਲਾਲਚ ਸੀਗਾ ਕਿ ਮੈਂ ਖੁਦ ਇਨਵੋਲਵ ਹੋਵਾਂ ਕ੍ਰੀਏਟੀਵਿਟੀ 'ਚ। ਜਨਰਲੀ ਕੀ ਹੁੰਦਾ, ਸ਼ਾਹ ਜੀ ਜ਼ਿਆਦਾਤਰ ਬੰਬੇ ਹੁੰਦੇ ਆ ਤੇ ਮੈਂ ਜਾਣਾ ਇੱਕ ਦਿਨ ਜਾਂ 2 ਦਿਨ ਲਈ ਸਾਰੇ ਗਾਣੇ ਡੱਬ ਕਰਨ, ਉਸ ਤੋਂ ਬਾਅਦ ਉਹ ਜਾਣਨ ਉਹਨਾਂ ਦਾ ਕੰਮ ਜਾਣੇ। ਸ਼ਾਹ ਜੀ ਸ਼ੂਟ ਤੇ ਗਾਣਾ ਪਹੁੰਚ ਜਾਂਦਾ ਤੇ ਗਾਣਾ ਰਿਲੀਜ਼ ਹੋ ਜਾਂਦਾ। ਸੋ ਮੈਨੂੰ ਇਸ ਤਰ੍ਹਾਂ ਸੀਗਾ ਕਿ ਮੈਂ ਜੇ ਹਿੰਦੁਸਤਾਨ ਹੈਗਾ ਆ, ਮੇਰੇ ਕੋਲ 2 ਮਹੀਨੇ ਸੀਗੇ, ਅਸੀਂ ਇੱਥੇ ਹੀ ਸੀ। ਸੋ ਮੈਂ ਕਿਹਾ ਮੈਂ ਆਪ ਇਨਵੋਲਵ ਹੋ ਕੇ ਦੇਖਾਂ ਕੀ ਹੋ ਸਕਦਾ। ਸੋ ਬੀਟ ਨਾਲ ਮੇਰੀ ਪਹਿਲਾਂ ਤੋਂ ਜਿੱਦਾਂ ਨਹੀਂ ਹੁੰਦਾ ਪਿਆਰ ਵੀ ਆ, ਪਰ ਉਹ ਹੁਣ ਇੱਥੇ ਸ਼ਿਫਟ ਵੀ ਕਰ ਗਿਆ ਜਲੰਧਰੋਂ ਚੰਡੀਗੜ੍ਹ, ਤੇ ਉਹਨੇ ਰੋਜ਼ ਹੀ ਆ ਜਾਣਾ ਬਾਜੀ ਅੱਛਾ ਇਹ ਗਾਣਾ। ਕੈਨ ਯੂ ਇਮੇਜਿਨ ਕਿ ਅਸੀਂ 17 ਵਾਰੀ ਇਹਦੇ 'ਚ ਚੇਂਜਸ ਕੀਤੀਆਂ ਹੋਣੀਆਂ ਡਬਿੰਗ, ਬਿਕੋਜ਼ ਮੇਰਾ ਪਰਸਨਲੀ ਘਰ ਇੱਕ ਸਟੂਡੀਓ ਆ ਛੋਟਾ ਜਿਹਾ, ਉੱਥੇ ਮੈਂ ਸਿਰਫ ਡਬਿੰਗ ਹੀ ਕਰਦਾ। ਅੱਗੇ ਕਦੀ ਫਾਈਨਲ ਡਬਿੰਗ ਜਾਂ ਪ੍ਰੋਫੈਸ਼ਨਲ ਡਬਿੰਗ ਨਹੀਂ ਸੀ ਕੀਤੀ। ਇਹ ਤਾਂ ਗੱਲ ਅੱਛਾ ਡਮੀ ਕਰ ਲਓ, ਬਾਕੀ ਫਿਰ ਜਾ ਕੇ ਕਰ ਲਾਂਗੇ ਕਿਤੇ ਹੋਰ ਸਟੂਡੀਓ। ਇਸ ਵਾਰੀ ਅਸੀਂ ਆਲਮੋਸਟ ਡਬਿੰਗ ਉੱਥੇ ਕੀਤੀਆਂ ਨੇ ਆਪਣੇ ਮਾਈਕ ਤੇ ਆਪ ਬੈਠ ਕੇ। ਹਾਂਜੀ, ਜਦੋਂ ਜੀ ਕਰਦਾ ਸੀ ਯਾਰ ਮੈਂ ਕਿਹਾ ਯਾਰ ਬੀਟ ਇੱਕ ਸ਼ੇਰ ਹੋ ਰਿਹਾ, ਉਹ ਕਹਿੰਦਾ ਭਾਜੀ ਆ ਜਾਓ। ਉਹ ਸ਼ਾਮ ਨੂੰ ਆ ਜਾਂਦਾ ਸੀ। ਮੈਂ ਜਿਹੜਾ ਤੁਸੀਂ ਜੇ ਫੁੱਲ ਆਡੀਓ ਸੁਣੋ, ਜਿਹੜਾ ਅਚਨ ਚਮਕ ਚਮਕ ਹੱਸਦਾ ਰਿਸ਼ਮਾ ਨੂੰ ਮਾਣ ਹੋਵੇ, ਕੈਨ ਇਮੇਜਿਨ। ਇਹ ਅਸੀਂ ਵੀਡੀਓ ਸ਼ੂਟ ਕਰ ਚੁੱਕੇ ਸੀ। ਮੈਂ ਆਸਟ੍ਰੇਲੀਆ ਤੋਂ ਵਾਪਸ ਆ ਗਿਆ। ਡਿਊਰਿੰਗ ਸ਼ੂਟ ਜਦੋਂ ਸ਼ੂਟ ਸ਼ਾਮ ਨੂੰ ਖਤਮ ਹੋ ਗਿਆ ਤੇ ਮੇਰੇ ਜ਼ਿਹਨ 'ਚ ਨਾ ਇਹ ਤਰਜ਼ ਵੱਜੀ ਜਾਵੇ। ਮੈਂ ਕਿਹਾ ਯਾਰ ਇਸ ਤਰ੍ਹਾਂ ਤਾਂ ਮੈਂ ਅੰਤਰਾ ਗਾਇਆ ਹੀ ਨਹੀਂ। ਫਿਰ ਮੈਂ ਫੇਰ ਆਇਆ, ਮੈਂ ਕਿਹਾ ਵੀਡੀਓ। ਸੋ ਉਹ ਮੈਨੂੰ ਥੋੜਾ ਜਿਹਾ ਇਸ ਤਰ੍ਹਾਂ ਦਾ ਲਾਲਚ ਸੀਗਾ ਕਿ ਜਦੋਂ ਜੀ ਕਰਦਾ ਇਜ਼ਾਫਤ ਕਰ ਲੈਂਦੇ ਸੀ, ਜਦੋਂ ਜੀ ਕਰਦਾ ਸੀ ਐਡੀਟਿੰਗ ਕਰ ਲੈਂਦੇ ਸੀ। 7 ਪੈਰੇ ਰਿਕਾਰਡ ਕਰ ਲਏ ਅਲੱਗ-ਅਲੱਗ। ਪਹਿਲਾਂ ਇਹ ਮਤਲਬ ਕਿ ਇਹ ਜਿਹੜੀ ਕੰਪੋਜੀਸ਼ਨ ਹੈ ਸਿੱਧੀ ਸੀਗੀ, ਫਿਰ ਸਿੰਧ ਬਿਆਸ ਰਾਵੀ ਕੰਗਲ ਸਤਲੁਜ ਚਨਾਬ ਜੇਲਮ, ਸਿੰਧ ਬਿਆਸ ਰਾਵੀ ਕੰਗਲ ਸਤਲੁਜ ਚਨਾਬ ਜੇਲਮ। ਜਿਹੜਾ ਉੱਪਰਲਾ ਉਹ ਵੀ ਬਾਅਦ 'ਚ ਕੀਤਾ। ਸੋ ਅਖੀਰ ਤੱਕ ਨਾ ਉਹਦੇ ਵਿੱਚ ਅਮੈਂਡਮੈਂਟਸ ਹੁੰਦੀਆਂ ਰਹੀਆਂ ਤੇ ਉਹ ਮੈਨੂੰ ਆਪਣੇ ਆਪ ਨੂੰ ਚੰਗੀਆਂ ਲੱਗਦੀਆਂ। ਮੈਨੂੰ ਲੱਗਦਾ ਕਿ ਤਸੱਲੀ ਪ੍ਰੋਪਰ ਕ੍ਰੀਏਟਿਵ ਫਰੀडम ਮਿਲੀ ਹੋਈ ਸੀ। ਕ੍ਰੀਏਟਿਵ ਫਰੀडम ਮਿਲੀ ਹੋਈ ਸੀ। ਸੋ ਵੀਡੀਓ ਸ਼ੂਟ ਕਰਦੇ ਆ, ਤੁਸੀਂ ਇੱਕ ਤਰਫ ਤਾਂ ਦਿਖ ਰਹੇ ਹੋ ਇੱਕ ਸੀ ਸ਼ੋਰ ਤੇ ਖੜੇ ਹੋਏ, ਇੱਕ ਤਰਫ ਤੁਸੀਂ ਗ੍ਰੀਨਰੀ ਦੇ ਵਿੱਚ ਦਿਖ ਰਹੇ ਹੋ, ਤੁਸੀਂ ਇੱਕ ਪਰਸ਼ੀਅਨ ਕਢਾਈ ਵਾਲਾ ਉਹ ਪਾਇਆ ਹੋਇਆ ਕੋਟ। ਸੋ ਦੋਨੋਂ ਬਹੁਤ ਕੰਟਰਾਸਟਿੰਗ ਹੈਗੇ ਨੇ। ਇੱਕ ਨਿਊ ਏਜ ਹੈਗਾ, ਇੱਕ ਤੁਹਾਡਾ ਸੂਫੀਜ਼ਮ ਨੂੰ ਰੈਪਰੈਜ਼ੈਂਟ ਕਰਦਾ। ਤੇ ਵੀਡੀਓ ਸ਼ੂਟ ਕਰਦੇ ਆ, ਕਿਹਦਾ ਕਨਸੈਪਟ ਸੀਗਾ? ਤੁਸੀਂ ਉਹਦੇ 'ਚ ਵੀ ਇਨਵੋਲਵ ਸੀਗੇ? This time almost yeah. The man has got full creative freedom. ਇਸ ਵਾਰੀ ਨਾ ਜਿੱਦਾਂ ਮੈਂ ਥੋੜੀਆਂ ਮਨ ਦੀਆਂ ਕੀਤੀਆਂ। ਪਹਿਲੀ ਗੱਲ ਤਾਂ ਦੇਖੋ, ਟੂ ਬੀ ਵੈਰੀ ਓਨੈਸਟ, ਇਸ ਤਰ੍ਹਾਂ ਦੇ ਗਾਣੇ ਨੂੰ ਆਪਣੀ ਐਲਬਮ ਦਾ ਟਾਈਟਲ ਟਰੈਕ ਬਣਾਉਣਾ ਮੇਜਰਲੀ ਬਹੁਤ ਰਿਸਕੀ ਫੈਕਟਰ ਹੁੰਦਾ, ਬਿਕੋਜ਼ ਇਹਦੇ 'ਚ ਕਮਰਸ਼ੀਅਲ ਐਂਗਲ ਇੰਨਾ ਨਹੀਂ ਸੀਗਾ। ਮੁਹੱਬਤ ਦੀ ਗੱਲ ਨਹੀਂ, ਆਸ਼ਕੀ ਦੀ। ਜਿਹੜੇ ਲੋਕ ਮੇਜਰਲੀ ਗਾਣੇ ਸੁਣਦੇ ਆ ਉਹਨਾਂ ਦੀ ਗੱਲ ਇੰਨੀ ਜ਼ਿਆਦਾ ਨਹੀਂ ਸੀਗੀ, ਬਿਕੋਜ਼ ਟੀਨਏਜਰਸ ਦੀ ਜਨਰਲੀ। ਵੀਡੀਓ ਦੇ ਲਈ ਜਦੋਂ ਵੀਡੀਓ ਛੱਡੋ, ਜਦੋਂ ਅਸੀਂ ਮਿਊਜ਼ਿਕ ਵੀ ਕਰਨਾ ਸੀਗਾ, ਮੈਂ ਇਨੀਸ਼ੀਅਲ ਸਟੇਜ ਤੇ ਬੀਟ ਨਾਲ ਅਸੀਂ ਬੈਠਣਾ। ਮੈਂ ਕਿਹਾ ਬੀਟ ਯਾਰ ਕਿ ਮੈਨੂੰ ਨਾ ਗਾਣਾ ਇੱਦਾਂ ਲੱਗਦਾ ਜਿਵੇਂ ਆਪਾਂ, ਕਿਉਂਕਿ ਗੁਰਮੁਖੀ ਤਾਂ ਸਾਰਿਆਂ ਨੂੰ ਪਤਾ ਜਿਹੜੇ ਪੰਜਾਬ 'ਚ ਆ, ਅਸੀਂ ਦੱਸ ਕੇ ਇਹਨਾਂ ਨੂੰ ਰਹੇ ਹਾਂ ਜਿਨ੍ਹਾਂ ਨੂੰ ਇਹਦੇ ਬਾਰੇ ਨਹੀਂ ਪਤਾ। ਸੋ ਮੈਂ
ਪਰਪਸਲੀ ਇਹ ਚੀਜ਼ ਬਣਾਈ ਕਿ ਯਾਰ ਐਲੀਮੈਂਟਸ ਉਹ ਹੋਣ, ਜਿਵੇਂ ਸੈਕਸੋਫੋਨ ਵੱਜ ਰਿਹਾ, ਡਿਸਟੋਰਟਡ ਗਿਟਾਰ ਵੱਜ ਰਹੀ ਆ, ਪਿੱਛੇ ਪਰਕਸ਼ਨ ਦੇ ਲਈ ਡਰਮ ਵੱਜ ਰਹੇ ਨੇ। ਪਰਪਸਲੀ ਕੀਤਾ ਕਿ ਵੈਸਟਰਨ ਆਡੀਅנס ਨੂੰ ਇਹ ਸਾਊਂਡ ਵਾਈਜ਼ ਅਟਰੈਕਟ ਕਰੇ, ਫਿਰ ਉਹ ਸੋਚਣ ਕਿ ਅੱਛਾ ਹੂ ਇਜ਼ ਦਿਸ, ਵਾਟ ਹੀ ਇਜ਼ ਸਿੰਗਿੰਗ ਅਬਾਊਟ, ਫਿਰ ਅਸੀਂ ਉਹਦੇ ਥੱਲੇ ਟ੍ਰਾਂਸਲੇਸ਼ਨ ਲੈਤੀ। ਸੋ ਮੈਨੂੰ ਇਹ ਸੀਗਾ ਕਿ ਬਹੁਤ ਹੀ ਜ਼ਿਆਦਾ ਲਾਈਵ ਫੀਲ ਹੋਵੇ, ਜਿਵੇਂ ਕੋਕ ਸਟੂਡੀਓ ਦੇ ਗਾਣੇ ਹੁੰਦੇ ਆ, ਤੁਸੀਂ ਉਹਨੂੰ ਸੁਣੋ, 7 ਅੰਤਰੇ ਆ, 7 ਦੇ ਵਿੱਚ ਸੈਪਰੇਟ 뮤직 ਪਾਰਟਸ ਨੇ, ਜਿਹੜਾ ਉਹਨੂੰ ਤੁਹਾਨੂੰ ਇੰਟਰੀਗਿੰਗ ਲੱਗਦਾ ਟਿਲ ਦਾ ਐਂਡ, ਤੁਹਾਨੂੰ ਲੰਬਾ ਨਹੀਂ ਲੱਗਦਾ ਗਾਣਾ। ਹਾਲਾਂਕਿ 7 ਮਿੰਟਸ ਐਂਡ 35 ਸੈਕਿੰਡ ਦਾ ਸੌਂਗ ਹੈ, ਇਸ 'ਚ ਤਾਂ 3 ਗਾਣੇ ਆ ਜਾਂਦੇ ਅੱਜ ਕੱਲ੍ਹ ਯਾ। ਸੋ ਅਸੀਂ ਉਦੋਂ ਤੋਂ ਹੀ ਸੋਚਿਆ ਹੋਇਆ ਸੀਗਾ ਕਿ ਇਹਦਾ ਵੀਡੀਓ ਸ਼ੂਟ ਕਿੱਦਾਂ ਕਰਨਾ। ਮੇਰੇ ਜ਼ਿਹਨ 'ਚ ਸੀਗਾ, ਮੈਂ ਕਿਹਾ ਯਾਰ ਕਿ ਇਹਦੇ ਵਿੱਚ ਵੈਸਟਰਨ ਮਿਊਜ਼ੀਸ਼ੀਅਨ ਹੋਣੇ ਚਾਹੀਦੇ ਆ, ਉਹਨਾਂ ਨੂੰ ਲੱਗੇ ਕਿ ਜਿਸ ਤਰ੍ਹਾਂ ਜਲਸਾ ਸੀਗਾ ਬੇਸਿਕਲੀ, ਥੋੜਾ ਜਿਹਾ ਉਹਦਾ ਐਲੀਮੈਂਟ ਹੈਗਾ, ਪਰ ਉਹਦੇ 'ਚ ਇੱਕ ਪੌਸ਼ ਐਲੀਟ ਬੋ ਟਾਈ ਕਾਈਂਡ ਸੀਗਾ। ਇਹਦੇ 'ਚ ਵੀ ਸੰਦੀਪ ਦਾ ਇਹ ਕਹਿਣਾ ਸੀ ਭਾਜੀ ਤੁਸੀਂ ਵੀ ਇਹਦੇ ਵਿੱਚ ਟਕਸੀਡੋ ਪਾ ਕੇ ਅਸੀਂ ਸ਼ੂਟ ਕਰਦੇ। ਮੈਂ ਕਿਹਾ ਨਹੀਂ ਯਾਰ, ਇਹਦੇ 'ਚ ਨਾ ਰॉनेस ਹੈ, ਇਹਦੇ ਵਿੱਚ ਅਰਥਲੀ ਐਲੀਮੈਂਟਸ ਜ਼ਿਆਦਾ ਨੇ। ਹਾਂਜੀ। ਸੋ ਇਸ ਕਰਕੇ ਮੈਂ ਮਿਊਜ਼ੀਸ਼ੀਅਨਸ ਨੂੰ ਵੀ ਕੋਈ ਉਹ ਨਹੀਂ ਦਿੱਤੀ ਡਰੈਸ ਕੋਡ ਕਿ ਅੱਛਾ, ਮੈਂ ਕਿਹਾ ਤੁਹਾਡਾ ਜੋ ਜੀ ਕਰਦਾ ਹੈ ਰੰਗੀਨ ਵਟ ਐਵਰ ਯੂ ਹੈਵ ਜਸਟ ਵੀਅਰ ਇਟ। ਸੋ ਉਹ ਇਸੇ ਤਰ੍ਹਾਂ ਬੈਠੇ ਆ ਫਲੋਈ ਤਰੀਕੇ ਦੇ ਨਾਲ। ਅਸੀਂ ਸੀ ਸ਼ੋਰ ਤੇ ਮੈਲਬਨ ਤੋਂ 2 ਘੰਟੇ ਦੀ ਡਰਾਈਵ ਹੈ, ਗਿਪਸਲੈਂਡ ਇੱਕ ਜਗ੍ਹਾ ਹੈ, ਤੇ ਪੈਸੀਫਿਕ ਓਸ਼ਨ ਦਾ ਆਈ ਥਿੰਕ, ਜੇ ਮੈਂ ਗਲਤ ਨਹੀਂ ਯਾਰ ਕਿਤੇ ਅਟਲਾਂਟਿਕ ਨਾ ਹੋਵੇ, ਮੈਂ ਦੇਖ ਲਵਾਂਗਾ, ਚੈੱਕ ਕਰ ਲਵਾਂਗਾ, ਆਈ ਅਸਿਊਮ ਇਟਸ ਪੈਸੀਫਿਕ ਓਸ਼ਨ ਦਾ ਸ਼ੋਰ ਹੈ। ਤੇ ਉੱਥੇ ਅਸੀਂ ਕੀਤਾ ਸ਼ੋਰ। ਓਸ਼ਨ ਲੈਂਡ ਦੀ ਦਾ ਵੀ ਇੱਕ ਪਰਪਸ ਸੀਗਾ, ਬਿਕੋਜ਼ ਜਦੋਂ ਤੁਸੀਂ 7 ਰਿਵਰਸ ਦੀ ਗੱਲ ਕਰਦੇ ਆ, ਯੂ ਕੈਨ ਨਾਟ ਸ਼ੂਟ 7 ਰਿਵਰਸ। ਸੋ ਉਹਨਾਂ ਦਾ ਜਿਹੜਾ ਇੱਕ ਮੇਲ ਜਿੱਥੇ ਜਾ ਕੇ ਸਾਰੇ ਪੈਂਦੇ ਨੇ, ਇੱਕ ਵਲੀਨ ਹੁੰਦੇ ਨੇ, ਉਹ ਸਾਗਰ ਹੈ। ਸਾਗਰ ਦੁਨੀਆ ਸਾਰਿਆਂ ਦੇ ਸਾਂਝੇ ਨੇ। ਸੋ ਮੈਨੂੰ ਇਹ ਸੀਗਾ ਕਿ ਇਹ ਵੀ ਇੱਕ ਇੰਡੀਕੇਸ਼ਨ ਹੈ ਕਿ ਤੁਸੀਂ ਪਾਣੀ ਦੀ ਜੇਕਰ ਦਰਿਆਵਾਂ ਦੀ ਗੱਲ ਕਰ ਰਹੇ ਹੋ ਤੇ ਇੱਕ ਸਮੁੰਦਰ ਦੇ ਤਹਿਤ ਕਰੋ। ਸੋ ਉਹਦੇ ਨਾਲ ਇੱਕ ਗਲੋਬਲੀ ਬ੍ਰਦਰਹੁੱਡ ਨੂੰ ਵੀ ਇਨਹੈਂਸਮੈਂਟ ਮਿਲਦੀ ਹੈ। ਬੇਸਿਕਲੀ ਤੁਸੀਂ ਜਿੱਥੇ ਬੈਠੇ ਹੋ, ਸੋ ਛੋਟੀਆਂ ਜਿਹੜੇ ਉਹ ਖੇਤ ਹੈ, ਹਰਿਆਲੀ ਆ, ਉਹ ਵੀ ਆਸਟ੍ਰੇਲੀਆ ਹੀ ਆ, ਬਟ ਉਹ ਕਿੰਨੇ ਪੰਜਾਬ ਲੱਗਦਾ ਕਿਉਂਕਿ ਸਫੈਦੇ ਉੱਥੋਂ ਦਾ ਨੈਸ਼ਨਲ ਟਰੀ ਹੈ। ਤੇ ਤੁਸੀਂ ਅੱਖਰ ਪਾਤੇ ਉਹਦੇ ਵਿੱਚ ਅੱਖਰ ਪਾਤੇ। The most astonishing thing about this, ਜਿਹੜੀ ਮੈਂ ਹਾਲੇ ਤੱਕ ਮੈਨੂੰ ਵੀ ਨਹੀਂ ਦਿਮਾਗ 'ਚ ਯਾਦ ਸੀਗੀ, ਜਿਹੜੀ ਮੈਂ ਪ੍ਰੈਸ ਕਾਨਫਰੰਸ ਵੀ ਨਹੀਂ ਕਹਿ ਸਕਿਆ, ਕਿ ਜਿਹੜੀ ਉਹਦੇ 'ਚ ਕੁੜੀ ਆ ਉਹਦੇ ਤੁਸੀਂ ਸੂਟ ਕਿੱਡਾ ਸਾਰਾ ਕੁਝ ਪਾਇਆ ਹੋਇਆ, ਪਰ ਜੇ ਤੁਸੀਂ ਉਹਦੀ ਓਰੀਜਨ ਪੁੱਛੋ ਤੇ ਉਹ ਰਸ਼ੀਅਨ ਤੇ ਇਜ਼ਰਾਈਲੀ ਓਰੀਜਨ ਦੀ ਕੁੜੀ ਪੰਜਾਬਣ ਲੱਗ ਰਹੀ ਹੈ। ਬਿਲਕੁਲ, ਉਹ ਮਤਲਬ ਐਂ ਲੱਗਦਾ ਜਿਵੇਂ ਗੁਰਦਾਸਪੁਰ ਦੀ ਕੁੜੀ ਹੁੰਦੀ ਆ। ਸੋ ਸਾਨੂੰ ਬੜਾ ਚੰਗਾ ਲੱਗਿਆ। ਤੇ ਉਹਦੇ ਜਦੋਂ ਉਹਨਾਂ ਨੇ ਉਹ ਹਰਾ ਸੂਟ ਪਾਇਆ ਤੇ ਸਾਰੇ ਹੈਰਾਨ ਕਿ ਅੱਛਾ ਯਾਰ ਇਹ ਤੇ ਆਪਣੀ ਪੰਜਾਬੀ ਕੁੜੀ ਲੱਗ ਰਹੀ ਹੈ। ਤੇ ਉਹਨੇ ਸੰਦੀਪ ਨੇ ਉਸ ਤੋਂ ਬਹੁਤ ਸੋਹਣਾ ਕੰਮ ਵੀ ਲੈ ਲਿਆ। ਵੈਰੀ ਨਾਈਸ। ਪੰਜਾਬ ਦੀ ਵਿਰਾਸਤ ਅੱਜ ਤੋਂ ਮੜਕ ਨਾਲ ਤੁਰਦੀ, ਪੰਜਾਬ ਦੀ ਵਿਰਾਸਤ ਜਦੋਂ ਮੜਕ ਨਾਲ ਤੁਰਦੀ, ਝਾਂਜਰ 'ਚ ਜਿਹੜਾ ਛਣ ਕੇ ਉਸ ਬੋਲਦੇ ਨੇ ਅੱਖਰ। ਸੋ ਜਦੋਂ ਅਸੀਂ ਪ੍ਰੈਸ ਕਾਨਫਰੰਸ ਅਟੈਂਡ ਕੀਤੀ, ਅਸੀਂ ਦੇਖਿਆ ਕਿ ਸਰਤਾਜ ਜੀ ਤੁਸੀਂ ਪ੍ਰੈਸ ਨੋਟ ਨੂੰ ਲਿਖਣ ਦੇ ਵਿੱਚ ਖਾਸ ਤਵੱਜੋ ਦਿੱਤੀ ਹੋਈ ਹੈ ਇਸ ਵਾਰੀ, ਜੋ ਕਿ ਅਕਸਰ ਲੋਕੀ ਨਹੀਂ ਕਰਦੇ। ਯੂ نو ਅਕਸਰ PR ਕੰਪਨੀ ਨੂੰ ਕਿਹਾ ਜਾਂਦਾ ਹੈ ਇੱਕ ਪ੍ਰੈਸ ਨੋਟ ਤਿਆਰ ਕਰ ਲਓ, ਦੇ ਦਿਓ, ਐਂਡ ਦੈਟਸ ਅਬਾਊਟ ਇਟ, ਬਟ ਯੂ've written a very you know it is a brief of what your feelings are, but it is very beautifully written. So why did you have so much attention towards the press note? ਜੇ ਤੁਸੀਂ ਓਵਰਆਲ ਸਿਨੈਰੀਓ ਦੇਖੋ, ਇਸ ਪ੍ਰੋਜੈਕਟ ਦੇ ਵਿੱਚ ਮੈਂ ਹਰ ਇੱਕ ਚੀਜ਼ ਬਹੁਤ ਹੀ ਮਿਨਿਊਟਲੀ ਇਨਵੋਲਵ ਹਾਂ, ਬੇਸਿਕਲੀ ਨਾਟ ਪਰਪਸਲੀ, ਇਟ ਇਜ਼ ਜਸਟ ਹੈਪਨਡ, ਮਤਲਬ ਨੈਚੁਰਲੀ ਕਿ ਅੱਛਾ ਮਿਊਜ਼ਿਕ ਬਣਾ ਰਹੇ ਹੋ ਉਦੋਂ ਵੀ ਇਕੱਠੇ ਬੈਠ ਕੇ ਕਰ ਰਹੇ, ਇਸਦਾ ਕਰ ਲਈਏ, ਇਹ ਕਰ ਲਈਏ, ਇਹ ਪੀਸ ਨਹੀਂ ਠੀਕ ਨਹੀਂ ਚੇਂਜ ਕਰ ਲਈਏ, ਵੀਡੀਓ ਬਣਾ ਰਹੇ ਹਾਂ ਫਿਰ ਵੀ ਅੱਛਾ ਇਹ ਕਾਸਟਿਊਮ ਨਹੀਂ ਠੀਕ। ਫਿਰ ਜਦੋਂ ਪ੍ਰੈਸ ਨੋਟ ਆ, ਇਹਦੇ ਵਿੱਚ ਮੈਂ ਸਾਰੇ ਦੁਖੀ ਕਰ ਲਏ ਜਿੰਨੇ ਵੀ ਮੇਰੇ ਡਾਕਟਰ ਪ੍ਰੋਫੈਸਰ ਦੋਸਤ ਸੀਗੇ। ਮੈਂ ਕਿਹਾ ਚਲੋ ਹੁਣ ਤੁਹਾਡੀ ਵਾਰੀ ਹੈ, ਦੱਸੋ ਮੈਨੂੰ, ਹਿਸਟਰੀ ਵਾਲੇ ਵੀ ਆਓ, ਲਿਟਰੇਚਰ ਵਾਲੇ ਵੀ ਆਓ। ਉਹ ਵਿਚਾਰੇ ਦੁਖੀ 25 ਦਿਨ ਮੇਰੇ ਤੋਂ ਭੱਜਦੇ ਰਹਿਣ, ਮੇਰਾ ਫੋਨ ਵੀ ਚੱਕਣਾ ਉਹਨੇ ਬੰਦ ਕਰਤਾ ਕਿ ਸਾਨੂੰ ਕੀ ਪੁੱਛੂਗਾ। ਬਟ ਆਈ ਵਾਸ ਸੋ ਇੰਟ੍ਰੀਗਡ ਕਿ ਅੱਛਾ ਮੈਂ ਪਤਾ ਕਰਾਂ ਯਾਰ ਕਿ ਗੁਰਮੁਖੀ ਦੀ ਸਭ ਤੋਂ ਪਹਿਲੀ ਸਕ੍ਰਿਪਟ ਐਕਚੁਅਲੀ ਅਵੇਲੇਬਲ ਕਿਹੜੀ ਹੈ। ਕੈਨ ਯੂ ਇਮੇਜਿਨ ਕਿ ਅਸੀਂ ਆਕਸਫੋਰਡ ਯੂਨੀਵਰਸਿਟੀ ਦੇ ਮਤਲਬ ਕਿ ਜਿਹੜੇ ਸਕਾਲਰਸ ਹੁੰਦੇ ਆ ਉਹਨਾਂ ਨੂੰ ਵੀ ਅਪਰੋਚ ਕੀਤੀ। ਕੋਇਨਸੀਡੈਂਟਲੀ ਸਾਡੇ USA ਤੋਂ ਕੁਝ ਦੋਸਤ ਉੱਥੇ ਪਏ ਹੋਏ ਸੀ, ਉਹਨਾਂ ਦੇ ਘਰ ਗਏ ਸਪੈਸ਼ਲੀ ਇਸ ਕੰਮ ਲਈ ਡਰਾਈਵ ਕਰਕੇ ਬਰਮਿੰਗਮ ਤੋਂ, ਕਿ ਅੱਛਾ ਡਾਕਟਰ ਸਾਹਿਬ ਤੁਹਾਡੇ ਕੋਲ ਕਿੰਨੀਆਂ ਕਿਤਾਬਾਂ ਪਈਆਂ ਨੇ, ਉਹ ਮਤਲਬ ਲਿੰਗੁਇਸਟਿਕ ਦੇ ਉੱਥੇ ਹੈਗੇ ਨੇ ਸਕਾਲਰ, ਤੇ ਉਹਨਾਂ ਨੇ ਰਾਵਾਂ ਦਿੱਤੀਆਂ ਆਪਣੀਆਂ, ਮੈਨੂੰ ਨੋਟ ਲਿਖ ਕੇ ਭੇਜਿਆ ਕਿ ਇਹ ਚੀਜ਼ ਆਥੈਂਟਿਕ ਹੈ, ਇਹ ਚੀਜ਼ ਕਹੀ ਜਾਂਦੀ ਹੈ, ਪਰ ਇਹਦਾ ਸਾਡੇ ਕੋਲ ਕੋਈ ਸਬੂਤ ਨਹੀਂ ਹੈ। ਮੈਨੂੰ ਇਹ ਸੀਗਾ ਕਿ ਜੇ ਮੈਂ ਇਨ ਮੀਡੀਆ ਬੀਇੰਗ ਰਿਪਰੈਜ਼ੈਂਟੇਟਿਵ ਆਫ ਮਾਈ ਲੈਂਗੁਏਜ ਕੋਈ ਗੱਲ ਕਰਾਂ ਤੇ ਮੇਰੇ ਕੋਲ ਘੱਟੋ ਘੱਟ ਉਹਦੇ ਪ੍ਰੂਫ ਹੋਣ। ਜਿਸ ਤਰ੍ਹਾਂ ਮੈਂ ਤਾਂ ਕਿ ਗੁਰਮੁਖੀ ਦਾ ਜੇ ਤੁਸੀਂ ਪੜ੍ਹੋ, ਵੈਸੇ 8th ਸੈਂਚੁਰੀ ਤੋਂ ਕਿਹਾ ਜਾਂਦਾ ਕਿ ਨਾਥਾ ਜੋਗੀਆਂ ਤੋਂ ਇਹ ਸ਼ੁਰੂ ਹੋਈ ਹੈ, ਪਰ ਉਹਦਾ ਮੈਨੂੰ ਆਕਸਫੋਰਡ ਯੂਨੀਵਰਸਿਟੀ ਵਾਲੇ ਸਕਾਲਰ ਸਾਹਿਬ ਕਹਿੰਦੇ ਕਿ ਇਹ ਕਿਹਾ ਜ਼ਰੂਰ ਜਾਂਦਾ, ਪਰ ਇਹਦਾ ਕੋਈ ਸਾਡੇ ਕੋਲ ਸਬੂਤ ਜਾਂ ਰੈਲੀਵੈਂਸ ਨਹੀਂ ਹੈਗਾ। ਸੋ ਮੈਂ ਤੁਹਾਨੂੰ ਇਹ ਦਰਖਾਸਤ ਕਰੂੰਗਾ ਕਿ ਤੁਸੀਂ ਜਦੋਂ ਦਾ ਹੈਗਾ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਪੱਟੀ ਸਭ ਤੋਂ ਪਹਿਲੀ ਗੁਰਮੁਖੀ ਦੇ ਵਿੱਚ ਹੱਥ ਲਿਖ ਮਿਲਦੀ ਹੈ, ਤੇ ਉਸ ਤੋਂ ਪਹਿਲਾਂ ਇੱਕ ਖੂਹ ਆ ਹਠੂਰ ਪਿੰਡ ਦੇ ਵਿੱਚ ਲੁਧਿਆਣੇ ਦੇ ਵਿੱਚ, ਜਿਹਦੇ 'ਚ ਸ਼ਿਲਾਲੇਖ ਹੈ 13th ਸੈਂਚੁਰੀ ਦਾ। ਇੱਕ ਹਰਿਦੁਆਰ ਦੇ ਵਿੱਚ ਜਦੋਂ
ਪਹਿਲਾਂ ਲੋਕ ਅਸਤਰਾਂ ਤਾਰਨ ਜਾਂਦੇ ਸੀ ਤੇ ਜਿਹੜੇ ਇਸ ਰੀਜਨ 'ਚੋਂ ਜਾਂਦੇ ਸੀ ਉਹ ਸਾਈਨ ਜਦੋਂ ਕਰਦੇ ਸੀ ਤੇ ਉਸ ਤਰ੍ਹਾਂ ਦੇ ਅੱਖਰ ਆ। ਇਹ ਦੋ ਪ੍ਰੋਮੀਨੈਂਟ ਮਤਲਬ ਰੈਲੀਵੈਂਟ ਮੈਨੂੰ ਚੀਜ਼ਾਂ ਮਿਲੀਆਂ ਸੀਗੀਆਂ। ਸੋ ਉਸ ਦੇ ਬੇਸ ਤੇ ਮੈਂ ਕਿਹਾ ਕਿ ਜਿਹੜੀ ਗੁਰਮੁਖੀ ਸਕ੍ਰਿਪਟ ਆ ਉਹਦੇ ਐਲੀਮੈਂਟਸ ਸ਼ਾਰਦਾ, ਟਾਂਕਰੀ, ਬ੍ਰਹਮੀ ਤੇ ਲੰਡੇ ਦੇ ਰੂਪ ਦੇ ਵਿੱਚ ਗੁਰਮੁਖੀ ਤੋਂ ਪਹਿਲਾਂ ਇੱਕ ਸਦੀ ਮਿਲਦੇ ਆ। ਸ਼ੇਖ ਫਰੀਦ ਤੋਂ ਬਾਅਦ ਸ਼ੇਖ ਫਰੀਦ ਨੂੰ ਪਹਿਲਾ ਸ਼ਾਇਰ ਮੰਨਿਆ ਜਾਂਦਾ। ਇਸ ਚੀਜ਼ ਦੀ ਕੋਈ ਸਬੂਤ ਨਹੀਂ ਹੈਗਾ ਕਿ ਸ਼ੇਖ ਫਰੀਦ ਨੇ ਆਪਣੀ ਬਾਣੀ ਲਿਖੀ ਵੀ ਕਿ ਨਹੀਂ ਲਿਖੀ। ਜੇ ਲਿਖੀ ਤਾਂ ਉਹ ਸ਼ਾਹਮੁਖੀ 'ਚ ਲਿਖੀ ਜਾਂ ਲੰਡਿਆਂ 'ਚ ਜਾਂ ਬ੍ਰਾਹਮੀ 'ਚ ਜਾਂ ਗੁਰਮੁਖੀ 'ਚ ਲਿਖੀ। ਜਿਹੜਾ ਸਭ ਤੋਂ ਐਕਚੁਅਲ ਜੈਨੂਅਨ ਸਾਡੇ ਕੋਲ ਸਬੂਤ ਆ ਹੈਗਾ ਕਿ ਇਹ ਪਹਿਲਾਂ ਅਵੇਲੇਬਲ ਸੀ। ਗੁਰੂ ਨਾਨਕ ਸਾਹਿਬ ਨੇ ਪੱਟੀ ਲਿਖੀ, ਉਹਨਾਂ ਦਾ ਜਿਹੜੀ 35 ਜਾਂ 30 ਅੱਖਰ ਸੀਗੇ ਉਹ ਸੱਸੇ ਤੋਂ ਸ਼ੁਰੂ ਹੁੰਦੇ ਸੀ। ਹੋਣ ਵਾਲੀ ਗੁਰਮੁਖੀ ਊੜੇ ਤੋਂ ਸ਼ੁਰੂ ਹੁੰਦੀ ਆਬਵੀਅਸ ਦੀ ਗੱਲ ਹੈ। ਸੋ ਇਹਦੀ ਵਿਉਂਤਬੰਦੀ ਸਭ ਤੋਂ ਬਾਅਦ ਸਭ ਤੋਂ ਪਹਿਲਾਂ ਬੇਸਿਕਲੀ ਗੁਰੂ ਅੰਗਦ ਦੇਵ ਜੀ ਨੇ ਕੀਤੀ ਤੇ ਇਹਨੂੰ ਮਤਲਬ ਪ੍ਰੋਪਰ ਸਕ੍ਰਿਪਟ ਦਾ ਰੂਪ ਦੇ ਦਿੱਤਾ। ਉਸ ਤੋਂ ਬਾਅਦ ਸੰਪਾਦਨਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਅਰਜਨ ਦੇਵ ਜੀ ਕਰਦੇ ਆ ਫਿਰ ਤੇ ਮੁਕੰਮਲ ਇਹ ਚੀਜ਼ ਆ ਜਾਂਦੀ ਹੈ। ਸੋ ਬ੍ਰਿਟਿਸ਼ਰਸ ਨੇ ਆ ਕੇ ਇਹਨੂੰ ਹੋਰ ਮਤਲਬ ਮੈਨੂੰ ਲੱਗਦਾ ਕਿ ਉਸ ਵੇਲੇ ਇਹ ਛਾਪੇਖਾਨੇ 'ਚ ਪਹੁੰਚ ਗਏ ਸੀ, ਅਦਰਵਾਈਜ਼ ਇਸ ਤੋਂ ਪਹਿਲਾਂ ਇਹ ਹੱਥ ਲਿੱਤਾ ਸੀਗੇ। ਸੋ this is the journey of it. Wow, that's too much of an information. It is. And I mean ਬੜੀ ਹੈਰਾਨੀ ਹੁੰਦੀ ਹੈ ਸਰਤਾਜ ਜੀ ਕਿ ਤੁਸੀਂ ਇੱਕ ਤੁਹਾਡਾ ਤਰੀਕਾ ਹੈਗਾ, ਇੱਕ ਸੂਫੀਅਤ ਦੇ ਵਿੱਚ ਤੁਸੀਂ ਸੂਫੀਜ਼ਮ ਦੇ ਵਿੱਚ ਗਾਣੇ ਦੇ ਥਰੂ ਇੱਕ ਲੈਂਗੁਏਜ ਨੂੰ ਪ੍ਰਮੋਟ ਕਰ ਰਹੇ ਹੋ। ਇੱਕ ਉਹ ਤਰੀਕਾ ਹੁੰਦਾ ਹੈ ਜਿੱਥੇ ਪੌੜੀਆਂ ਲਗਾ ਕੇ ਹਾਈਵੇ ਦੇ ਉੱਪਰ ਕਾਲੇ ਪੇਂਟ ਕਰੇ ਜਾਂਦੇ ਅੰਗਰੇਜ਼ੀ ਦੇ ਉੱਤੇ ਕਿ ਕਿਹਾ ਜਾਂਦਾ ਕਿ ਪੰਜਾਬੀ ਨੂੰ ਉੱਪਰ ਲਿਖੋ। ਇੱਕ ਉਹ ਤਰੀਕਾ ਹੁੰਦਾ, ਇੱਕ ਉਹ ਤਰੀਕਾ ਹੈ ਨਾ। ਸੋ ਮੈਨੂੰ ਲੱਗਦਾ ਕਿ ਇਹ ਤਰੀਕਾ ਲੋਕਾਂ ਤੱਕ ਜ਼ਿਆਦਾ ਛੇਤੀ ਪਹੁੰਚਦਾ। ਤੁਹਾਨੂੰ ਕੀ ਲੱਗਦਾ? ਦੇਖੋ, ਤੁਹਾਨੂੰ ਪੈਰਲਲ ਚੀਜ਼ ਦੇਣੀ ਚਾਹੀਦੀ ਹੈ। ਜਦੋਂ ਤੁਹਾਨੂੰ ਲੱਗੇ ਕੋਈ ਚੀਜ਼ ਗਲਤ ਹੋ ਰਹੀ ਹੈ ਤਾਂ ਉਹਦੇ ਬਰਾਬਰ ਤੇ ਸੋਹਣੀ ਚੰਗੀ ਚੀਜ਼ ਦਿਓ, ਲੋਕਾਂ ਦਾ ਧਿਆਨ ਉੱਧਰ ਹੋ ਜਾਏਗਾ, ਬਸ਼ਰਤੇ ਕਿ ਤੁਸੀਂ ਉਹਨੂੰ ਵੰਡੀ ਜਾਓ, ਆਪ ਤੁਸੀਂ ਕੁਝ ਦੇ ਨਹੀਂ ਰਹੇ। ਮੇਰਾ ਇਹੀ ਨਜ਼ਰੀਆ ਹੈ ਕਿ ਇਸ ਤਰ੍ਹਾਂ ਇਹ ਵੇ ਹੋਣਾ ਚਾਹੀਦਾ। ਫਰਜ਼ ਕਰੋ ਕਿਤੇ ਸ਼ਰਾਬ ਵੱਧ ਵਿਕਦੀ ਆ, ਉਹਦੇ ਨਾਲ ਕੋਈ ਚੰਗੀ ਪ੍ਰੋਟੀਨ ਸ਼ੇਕ ਦੀ ਦੁਕਾਨ ਖੋਲ ਦਿਓ ਜਾਂ ਜੂਸ ਦੀ ਦੁਕਾਨ ਖੋਲ ਦਿਓ ਬਰਾਬਰ ਤੇ, ਜਿਸ ਔਰ ਲੋਕਾਂ ਨੂੰ ਅਵੇਅਰ ਕਰ ਦੋਗੇ ਯਾਰ ਇਹ ਤੁਸੀਂ ਪੀਓਗੇ ਨਾ ਹੈਲਦੀ ਵੀ ਰਹੋਗੇ, ਤੁਹਾਡੀ ਸਿਹਤ ਵੀ ਖਰਾਬ ਨਹੀਂ ਹੋਊਗੀ, ਤੁਸੀਂ ਸ਼ਾਮ ਨੂੰ ਨਾਲੀ 'ਚ ਵੀ ਨਹੀਂ ਡਿੱਗਣਾ। ਸੋ ਮੈਨੀ ਥਿੰਗਸ। ਸੋ ਮੈਨੂੰ ਇਹ ਲੱਗਦਾ ਹਮੇਸ਼ਾ ਕਿ ਜਦੋਂ ਵੀ ਕੋਈ ਹੱਲ ਹੋਊਗਾ, ਸੋਲੂਸ਼ਨ ਹੋਊਗਾ, ਉਹ ਪੈਰਲਲ ਦਿੱਤਾ ਜਾਊਗਾ। ਤਾਂ ਇੱਕ ਚੀਜ਼ ਨੂੰ ਦਬਾ ਕੇ ਤੁਸੀਂ ਹੱਲ ਨਹੀਂ ਕਰ ਸਕਦੇ। ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ, ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜਦੇ ਨੇ ਅੱਖਰ। ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ, ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜਦੇ ਨੇ ਅੱਖਰ। ਆ ਕਿਤੇ ਮਹਿਕਦੀ ਕਿਸਾਨੀ ਹੱਥਾਂ ਦੇ ਰੱਟਣਾ ਚੋਂ, ਕਿਤੇ ਮਹਿਕਦੀ ਕਿਸਾਨੀ ਹੱਥਾਂ ਦੇ ਰੱਟਣਾ ਚੋਂ, ਤੇ ਜਿਸ ਨਾਲ ਆਉਂਦਾ ਮੁੜਕਾ ਉਸ ਜ਼ੋਰ ਦੇ ਨੇ ਅੱਖਰ, ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ। ਵੰਡਰਫੁਲ। Thank you. ਇੰਨਾ ਜੇ ਤੁਸੀਂ ਗਾ ਦਿੰਦੇ ਹੋ ਤੇ ਅਸੀਂ ਰੂਹਾਨੀਅਤ 'ਚ ਪਹੁੰਚ ਜਾਂਦੇ ਹਾਂ। ਸੋਚੋ ਤੁਹਾਡੇ ਸ਼ੋਜ਼ ਦੇ ਵਿੱਚ ਕੀ ਹੁੰਦਾ thank you. We were just discussing, you know, before he started the interview, we were discussing with his team and they told us about the New Year day, New Year night. ਕਹਿੰਦੇ ਕਿ ਇੰਨਾ ਲੰਬਾ extensively ਲੰਬਾ ਪ੍ਰੋਗਰਾਮ ਹੋ ਗਿਆ ਸੀਗਾ ਤੇ ਲੋਕਾਂ ਨੇ ਡਿਨਰ ਵੀ ਨਹੀਂ ਕੀਤਾ ਕਿਉਂਕਿ ਉਹ ਉੱਥੋਂ ਤੋਂ ਛੱਡ ਕੇ ਨਹੀਂ ਜਾਣਾ ਚਾਹੁੰਦੇ ਸੀ ਕਿ honestly I was in ਲੁਧਿਆਣਾ। ਹਾਂ, 31st of December ਅਸੀਂ ਪਰਫਾਰਮ ਕੀਤਾ ਉੱਥੇ। ਸੁਖਚੈਨ ਜੀ ਸਾਡੇ ਮੇਰੇ ਬਹੁਤ ਅਜ਼ੀਜ਼ ਦੋਸਤ ਨੇ, ਪਹਿਲਾਂ SSP ਚੰਡੀਗੜ੍ਹ ਸੀ, ਹੁਣ ਕਮਿਸ਼ਨਰ ਪੁਲਿਸ ਲੁਧਿਆਣਾ ਨੇ। ਉਹ ਆਪਣੀ ਫੈਮਿਲੀ ਨਾਲ ਆਏ, ਭਾਬੀ ਜੀ ਨਾਲ ਸੀਗੇ। ਤੇ ਅਖੀਰ ਜਦੋਂ 3 ਵਜ ਗਏ ਨਾ ਸਵੇਰ ਦੇ, ਅਸੀਂ 10 PM ਸ਼ੁਰੂ ਕੀਤਾ 3 AM ਤੱਕ। ਫਿਰ ਮੈਨੂੰ ਯਾਦ ਆਇਆ ਕਿ ਯਾਰ ਇਹਨਾਂ ਨੇ ਤਾਂ ਰੋਟੀ ਵੀ ਨਹੀਂ ਖਾਧੀ, ਸ਼ਾਇਦ ਇਹਨਾਂ ਨੇ ਸਵੇਰੇ ਡਿਊਟੀ ਵੀ ਜਾਣਾ ਹੋਵੇ। ਮੈਂ ਕਿਹਾ ਚਲੋ ਹੁਣ ਅਸੀਂ ਬੰਦ ਕਰਦੇ ਹਾਂ, ਤੁਸੀਂ ਖਾਣਾ ਖਾ ਲਓ, ਬਾਕੀ ਫਿਰ ਕਿਤੇ ਕਰਾਂਗੇ। ਸੋ ਦਿਸ ਇਜ਼ ਹਾਊ ਐਕਸਟੈਟਿਕ ਦਿਸ ਇਜ਼ ਫॉर ਮੀ। ਸਟੇਜ ਇਜ਼ ਮਾਈ virtue, stage is my paradise, I think. ਸੋ ਅਨੇ 7 ਦਰਿਆਵਾਂ ਤੇ ਓਕੇ ਦੱਸੋ ਤੁਹਾਡੀ ਰਿਸਰਚ ਤੋਂ ਤੁਹਾਨੂੰ ਕੀ ਪਤਾ ਲੱਗਿਆ? ਹਾਂ, ਪਤਾ ਕੀ ਹੈ, ਮੈਂ ਤਾਂ ਖਾਸ ਤੌਰ ਤੇ ਤੁਹਾਨੂੰ ਕਿਹਾ ਕਿ ਤੁਹਾਡੇ ਜ਼ਰੀਏ ਸਾਨੂੰ ਗੱਲ ਕਰਨ ਦਾ ਬਹੁਤ ਰੇਅਰ ਮੌਕਾ ਮਿਲਦਾ ਸੀ ਜਦੋਂ ਵੀ ਸਟੇਜ ਤੇ ਹੁੰਦੇ ਆ ਤੇ ਗਾਉਣੇ ਹੀ ਆ। ਇਹ ਬਹੁਤ ਪ੍ਰੈਸ ਕਾਨਫਰੰਸਿਸ ਜਾਂ ਇੰਟਰਵਿਊਜ਼ ਹੁੰਦੀਆਂ ਜਿਹਦੀ ਤੁਸੀਂ ਆਪਣੀ ਗੱਲ, क्योंकि राज़े दिल कभी उनके रूबरू भी हो जाए, शायरी तो होती रहती है, गुफ्तगू भी हो जाए। ਤੇ 7 Rivers ਦਾ ਮੈਂ ਤੁਹਾਨੂੰ ਰੀਜ਼ਨ ਪਿੱਛੇ ਦੱਸਣਾ ਚਾਹੁੰਦਾ ਕਿ ਸਿੰਧ ਮੈਨੂੰ ਬੜਾ ਮਤਲਬ ਕਿ ਅਟਰੈਕਟ ਕਰਦਾ ਸੀ ਹਮੇਸ਼ਾ ਕਿ ਕਿਉਂਕਿ ਸਿੰਧ ਤੋਂ ਹਿੰਦ ਤੇ ਹਿੰਦੁਸਤਾਨ ਹੋਇਆ। ਕਿੱਡਾ ਬੇਸਿਕਲੀ ਮੈਂ ਕੀ ਕਹਾਂ, ਗਲੋਰੀਫਿਕੇਸ਼ਨ ਹੈ ਉਹਦੀ। ਜਦੋਂ ਵੀ ਕਿਸੇ ਕੌਂਕਰ ਕੀਤਾ ਕਿਸੇ ਨੇ ਹਿੰਦੁਸਤਾਨ ਨੂੰ ਤੇ ਉਹਨੂੰ ਟੱਪਿਆ ਤੇ ਕੌਂਕਰ ਹੋਇਆ, ਚਾਹੇ ਉਹ ਅਲੈਗਜ਼ੈਂਡਰ ਹੈ, ਚਾਹੇ ਪਰਸ਼ੀਅਨ ਹਮਲਾਵਰ ਨੇ। ਮਹਾਰਾਜਾ ਰਣਜੀਤ ਸਿੰਘ ਨੇ ਵੀ ਕਟਕ ਪਾਰ ਕਰਕੇ, ਸਿੰਧ ਪਾਰ ਕਰਕੇ ਹੀ ਕਟਕ ਦਾ ਕਿਲ੍ਹਾ ਜਿੱਤਿਆ ਸੀਗਾ। ਸੋ ਮੈਨੂੰ ਫਿਰ ਮੈਂ ਉਹਦੀ ਥੋੜ੍ਹੀ ਸ਼ੁਰੂ ਕੀਤੀ ਕਿ ਕਿਉਂਕਿ ਸਭ
ਸਪਤ ਸਿੰਧੂ ਅਸੀਂ ਸੁਣਦੇ ਆਏ ਹਾਂ ਹਮੇਸ਼ਾ ਤੋਂ। ਮੈਂ ਅਗਰ ਦੇਖਿਆ ਯਾਰ ਸਪਤ ਸਿੰਧੂ ਵਾਟ ਇਜ਼ ਦਿਸ, ਫਿਰ ਮਹਾਨਕੋਸ਼ ਦੇ ਵਿੱਚ ਭਾਈ ਕਾਹਨ ਸਿੰਘ ਨਾਭਾ ਹੁਣੇ ਸਭ ਤੋਂ ਪਹਿਲਾਂ ਛੋਟੇ ਜਿਹੇ ਰੈਫਰੈਂਸ ਜ਼ਿਕਰ ਕੀਤਾ ਕਿ ਸਿੰਧ ਤੇ ਘੱਗਰ ਦੇ ਵਿਚਾਲੇ ਦੀ ਜਿਹੜੀ ਸਾਰੀ ਜ਼ਮੀਨ ਹੈ ਉਹ 7 ਦਰਿਆਵਾਂ ਦਾ ਸਪਤ ਸਿੰਧ ਹੈ, ਔਰ ਇਹਨੂੰ ਰਿਗਵੇਦਾ 'ਚ ਸਭ ਤੋਂ ਪਹਿਲਾਂ ਨਾਮ ਦਿੱਤਾ ਗਿਆ। ਜਦੋਂ ਜ਼ੇਨ ਤੇ ਅਵੇਸਤਾ ਜੀਵਸ ਦੇ ਗ੍ਰੰਥ ਲਿਖੇ ਗਏ ਜਾਂ ਉਹਨਾਂ 'ਚ ਇਹਦਾ ਰੈਫਰੈਂਸ ਆਉਂਦਾ ਤੇ ਉਹ ਇਹਨੂੰ ਹਫਤ ਹਿੰਦ ਕਹਿੰਦੇ ਆ, ਕਿਉਂਕਿ ਉਹ ਸ ਨਹੀਂ ਬੋਲਦੇ, ਸ ਦੀ ਜਗ੍ਹਾ ਹ ਕਰਦੇ ਆ। ਸੋ ਸਪਤ ਦਾ ਹਫਤ ਹੋ ਗਿਆ, ਸਿੰਧ ਦਾ ਹਿੰਦ ਹੋ ਗਿਆ, ਹਫਤਾ ਤਾਂ ਹੀ ਸਾਡਾ 7 ਦਿਨਾਂ ਦਾ। ਸੋ ਇਹ ਹੌਲੀ ਹੌਲੀ ਜਰਨੀ ਚੱਲਦੀ ਆਈ। ਮੇਰਾ ਮੇਜਰ ਕੁਐਸਚਨ ਟੂ ਦਾ ਹਿਸਟੋਰੀਅਨਸ ਟੂ ਔਰ ਲਿਟਰੇਚਰ ਔਰ ਸਾਰਿਆਂ ਨੂੰ ਸੀਗਾ ਕਿ ਯਾਰ ਅੱਛਾ ਫਿਰ ਇਹਨੂੰ ਪੰਜਾਬ ਕਦੋਂ ਬਣਿਆ ਜੀ। ਕਿੱਡਾ ਬੇਸਿਕ ਕੁਐਸਚਨ ਹੈ, ਜਿਸ ਧਰਤੀ ਅਸੀਂ ਰਹਿੰਦੇ ਹਾਂ ਇਸ ਧਰਤੀ ਨੂੰ ਇਸ ਨਾਮ ਨਾਲ ਕਦੋਂ ਬੋਲਿਆ ਜਾਣ ਲੱਗਾ। ਸਾਰਿਆਂ ਦੇ ਮੂੰਹ ਇੱਦਾਂ ਕਿ ਅੱਛਾ ਯਾਰ ਇਹ ਤੁਸੀਂ ਕੀ ਪੁੱਛ ਲਿਆ। ਫਿਰ ਮੈਂ ਵੀ, ਮੇਰੇ ਕੋਲ ਇੱਕ ਪੁਰਾਣੀ ਕਿਤਾਬ ਸੀ ਮੁਹੰਮਦ ਲਤੀਫ ਸਾਹਿਬ ਦੀ, ਪੰਜਾਬ ਹੀ ਉਹਦਾ ਨਾਮ ਹੈ, 1889 ਦੀ ਪਬਲਿਸ਼ ਹੋਈ ਹੈ ਜਦੋਂ ਬ੍ਰਿਟਿਸ਼ ਇੱਥੇ ਸੀਗੇ। ਉਹ ਮੈਂ ਇੱਕ ਰਾਤ 'ਚ 446 ਪੰਨੇ ਪੜ੍ਹਤੇ ਸਾਰੇ, ਮੈਨੂੰ ਉਹਦੇ 'ਚ ਰੈਲੀਵੈਂਸ ਮਤਲਬ ਨਾ ਮਿਲੇ ਕੀ ਕਰਾਂ। ਫਿਰ ਹੌਲੀ ਹੌਲੀ ਇਸ ਮੁੱਦੇ 'ਤੇ ਪਹੁੰਚੇ ਕਿ ਐਕਚੁਅਲੀ ਪੰਜਾਬ ਨਾਮ ਬੋਲਚਾਲ 'ਚ ਤਾਂ ਪਤਾ ਨਹੀਂ ਕਦੋਂ ਹੋਗਾ, ਉਹਦਾ ਕੋਈ ਸਾਡੇ ਕੋਲ ਸਬੂਤ ਨਹੀਂ ਹੈਗਾ, ਬਟ ਅਕਬਰ ਦੇ ਜ਼ਮਾਨੇ 'ਚ ਆ ਕੇ ਇਹ ਲਫ਼ਜ਼ ਲਿਖਤ ਦੇ ਵਿੱਚ ਮਿਲਦਾ ਆਏ ਨੇ ਅਕਬਰੀ 'ਚ, ਜਾਂ ਟੋਡਰਮਲ ਹੁਣੀ ਲਿਖਦੇ ਆ, ਕਿਉਂਕਿ ਜਦੋਂ ਉਹਨਾਂ ਨੇ ਡਿਵੀਜ਼ਨ ਕਰਨੀਆਂ ਸੀ ਨਾ, ਕਿਉਂਕਿ ਟੈਕਸ ਇਕੱਠਾ ਕਰਨਾ ਹੁੰਦਾ, ਤੁਸੀਂ ਮਤਲਬ ਕਲੈਕਟਰ ਲਾਉਣੇ ਆ, ਤਾਂ ਇਸ ਡਿਵੀਜ਼ਨ 'ਚ ਇਹ ਕਲੈਕਟਰ, ਇਸ ਡਿਵੀਜ਼ਨ 'ਚ ਇਸ ਕਲੈਕਟਰ 'ਚ ਉਹਨਾਂ ਨੇ ਇਹਨੂੰ ਦੁਆਬਿਆਂ 'ਚ ਵੰਡਤਾ, ਪੰਜਾਂ 'ਚ। ਤਾਂ ਉਦੋਂ ਕਿਹਾ ਕਿ ਇਹ ਜਿਹੜੇ ਪੰਜ ਆ ਗਿਆ ਇਹਦੇ ਵਿੱਚ ਇੱਦਾਂ ਟੈਕਸ ਇਕੱਠਾ ਕੀਤਾ ਜਾਏਗਾ ਜਾਂ ਵਟਾਇਆ। ਸੋ ਉਹ ਮੇਰੇ ਕੋਲ ਇੱਕ ਉਹਦਾ ਰਿਟਨ ਪ੍ਰੂਫ ਹੈ ਜਿਹਦੇ 'ਚ ਪੰਜਾਬ ਲਫ਼ਜ਼ ਸਾਨੂੰ ਮਿਲਦਾ। ਇਹ ਬਹੁਤ ਕਿੱਡਾ ਵੱਡਾ ਤੇ ਕਿੱਡਾ ਬੇਸਿਕ ਨਾਰਮਲ ਕੁਐਸਚਨ ਸੀਗਾ ਇਸ ਧਰਤੀ ਦਾ। Nobody would be knowing that. ਹਾਂ, ਸੋ ਉਹਦੇ ਕਰਕੇ ਚਲੋ ਘੱਗਰ ਦੀ ਵਜ੍ਹਾ ਇਹ ਸੀਗੀ ਕਿਉਂਕਿ ਨਾਢਾ ਸਾਹਿਬ ਗੁਰਦੁਆਰਾ ਅਸੀਂ ਜਾਂਦੇ ਆ, ਜਦੋਂ ਦਰਿਆ ਨਹੀਂ ਅਸੀਂ ਪੁਲ ਟੱਪਦੇ ਆ ਬੇਸਿਕਲੀ, ਦਰਿਆ ਨੂੰ ਤਾਂ ਕੋਈ ਦੇਖਦਾ ਹੀ ਨਹੀਂ ਹੈ। ਦਰਿਆ ਤੇ ਹੁਣ ਸੁੱਕ ਹੀ ਗਿਆ ਜੀ, ਪਹਿਲਾਂ ਹੁੰਦਾ ਸੀਗਾ। ਫਿਰ ਪਰ ਮੈਂ ਦੱਸਣਾ ਚਾਹੁੰਦਾ ਕਿ ਇਹ ਦਰਿਆ 1353 ਦੇ ਵਿੱਚ ਇਹ ਮੁਗਲ ਐਂਪਰਰ ਨੇ ਸਤਲੁਜ ਤੋਂ ਘੱਗਰ ਤੱਕ ਇੱਕ ਨਹਿਰ ਕੱਢੀ ਸੀ, ਜਿਹੜੀ ਕਿ ਹੁਣ ਚਲੋ ਨਹੀਂ ਦਿਖਦੀ, ਜਿੱਦਾਂ ਜਿੱਦਾਂ ਤੁਸੀਂ ਡਿਵੈਲਪ ਕਰਦੇ ਹੋ ਕਈ ਚੀਜ਼ਾਂ ਵੈਨਿਸ਼ ਹੋ ਜਾਂਦੀਆਂ। ਉਦੋਂ ਇਹ ਦਰਿਆ ਭਰ ਵਗਦੇ ਸੀ, ਇਹ ਕਿਉਂਕਿ ਨਾਹਨ ਸਿਰਮੌਰ ਤੋਂ ਨਿਕਲਦਾ ਸੀ, ਇੱਥੋਂ ਤੱਕ ਅੱਗੇ ਜਾਂਦਾ ਸੀਗਾ, ਪਰ ਹੁਣ ਉਹ ਇੱਕ ਬਰਸਾਤੀ ਦਰਿਆ ਹੋਣ ਦੇ ਤੌਰ ਤੇ ਆ ਗਿਆ। ਇਹਦਾ ਨਾਮ ਪਹਿਲਾਂ ਸਰਸਵਤੀ ਸੀਗਾ। ਸਾਰਿਆਂ ਦੇ ਜਿਹੜੇ ਰਿਗਵੇਦਿਕ ਨਾਮ ਹੈ, ਜਿਵੇਂ ਸਤਦਰਵ ਸਤਲੁਜ ਦਾ ਸੀਗਾ, ਔਰ ਵਿਪਾਸ਼ਾ ਬਿਆਸ ਦਾ ਸੀਗਾ। ਸੋ ਇਹ ਸਾਰੇ ਨਿੱਕੇ ਨਿੱਕੇ ਚੀਜ਼ਾਂ ਸੀ। ਮੇਰਾ ਇਹਦਾ ਹੋਰ ਕੋਈ ਮਤਲਬ ਨਹੀਂ, ਮੈਂ ਕਹਿੰਦਾ ਹੁੰਦਾ ਕਿ ਹੋ ਸਕਦਾ ਇਹੀ ਗਾਣੇ ਅਸੀਂ ਵੈਸੇ ਐਲਬਮ 'ਚ ਕੱਢ ਦਿੰਦੇ, ਪਰ ਜਦੋਂ ਤੁਸੀਂ ਉਹਨਾਂ ਨੂੰ ਡੈਡੀਕੇਟ ਕਰਕੇ ਕੋਈ ਇਹੋ ਜਿਹੀ ਚੀਜ਼ ਕਰਦੇ ਆ, ਤੁਹਾਨੂੰ ਲੱਗਦਾ ਕਿ ਤੁਸੀਂ ਥੋੜ੍ਹਾ ਜਿਹਾ ਰਿਵਾਈਵ ਕਰਨ ਦੀ ਕੋਸ਼ਿਸ਼ ਕਰਦੇ ਆ, ਸ਼ਾਇਦ ਲੋਕਾਂ ਨੂੰ ਥੋੜ੍ਹਾ ਜਿਹਾ। ਔਰ ਦੂਸਰਾ ਦ ਮੋਸਟ ਇੰਪੋਰਟੈਂਟ ਥਿੰਗ ਕਿ ਪਾਣੀ, ਜਦੋਂ ਵੀ ਹੁਣ ਦੂਸਰੀ ਕੋਈ ਵਰਲਡ ਵਾਰ ਲੱਗੀ ਤੇ ਕਹਿੰਦੇ ਪਾਣੀ ਵਾਟਰ ਕਰਕੇ ਲੱਗਣੀ ਹੈ। ਹੁਣੇ ਹੀ ਪਰਸੋਂ ਤੁਸੀਂ ਚੌਥ ਅਖਬਾਰ ਪੜ੍ਹੀ ਹੋਣੀ ਹੈ, ਰਾਜਸਥਾਨ ਦੇ ਵਿੱਚ ਕੋਈ ਇਹੋ ਜਿਹੇ ਪਿੰਡ ਨੇ ਜਿੱਥੇ ਲੋਕਾਂ ਨੂੰ 9-9 ਕਿਲੋਮੀਟਰ 10-10 ਕਿਲੋਮੀਟਰ ਪੈਦਲ ਜਾ ਕੇ ਪੀਣ ਵਾਲਾ ਪਾਣੀ ਢੋਣਾ ਪੈਂਦਾ। ਅਸੀਂ ਕਿੰਨੇ ਬਲੈਸਡ ਹਾਂ ਕਿ ਅਸੀਂ ਦਰਿਆਵਾਂ ਦੀ ਧਰਤੀ ਤੇ ਰਹਿੰਦੇ ਹਾਂ, ਕਿਉਂ ਨਾ ਇਹਨੂੰ ਚੈਰਿਸ਼ ਕਰੀਏ ਔਰ ਇਹਨੂੰ ਐਡਮਾਇਰ ਕਰੀਏ। ਐਬਸੋਲੂਟਲੀ। ਸੋ ਇਹ ਤੁਹਾਡੀ ਐਲਬਮ ਦੇ ਵਿੱਚ ਹੋਰ ਵੀ ਗਾਣੇ ਇਦਾਂ ਦੇ ਹੀ ਹੈਗੇ ਨੇ? ਉਹਦੇ 'ਚ ਮੈਂ ਇੱਦਾਂ ਦੇ ਤਾਂ ਨਹੀਂ ਹੁਣ ਮੈਂ ਕਹਿ ਸਕਦਾ ਕਿ ਕਿਸ ਤਰ੍ਹਾਂ ਦੇ ਤੁਸੀਂ ਪੁੱਛ ਰਹੇ ਹੋ, ਬਟ ਉਹਦੇ ਡੈਡੀਕੇਟਿੰਗ ਟੂ ਸਮ ਡੈਡੀਕੇਟਿੰਗ ਟੂ ਐਵਰੀ। ਅਸੀਂ ਉਹ ਪੋਸਟਰ ਦੇ ਵਿੱਚ ਦੱਸਿਆ ਹੋਇਆ ਗਾਣੇ ਦਾ ਟਾਈਟਲ ਦੱਸ ਕੇ ਕਿ ਇਹ ਕਿਹੜੇ, ਜਿੱਦਾਂ ਇਹ ਗੁਰਮੁਖੀ ਦਾ ਬੇਟਾ ਸਤਲੁਜ ਨੂੰ ਸੀ, ਬਿਕੋਜ਼ ਮੇਜਰ ਰਾਈਟਿੰਗ ਜਿਹੜੀਆਂ ਇਹਦੇ ਤੌਰ ਮਤਲਬ ਆਲੇ ਦੁਆਲੇ ਹੋਈਆਂ ਨੇ ਗੁਰਮੁਖੀ ਦੀਆਂ, ਇਸ ਕਰਕੇ। ਇਸ ਤੋਂ ਬਾਅਦ ਜਿਹੜਾ ਪਿਆਰ ਦੇ ਮਰੀਜ਼ ਗਾਣਾ ਆਏਗਾ ਨੈਕਸਟ ਮੰਥ, ਉਹ ਜਨਾਬ ਉਹ ਤਾਂ ਤੁਹਾਨੂੰ ਪਤਾ ਪਿਆਰ ਦਾ ਹੀ ਮਰੀਜ਼ ਹੈ, ਕਿਉਂਕਿ ਸੋਹਣੀ ਉੱਚ ਤਰ ਕੇ ਗਈ ਆ। ਹਾਂ, ਉਸ ਤੋਂ ਬਾਅਦ ਸਿੰਧ ਦੇ ਲਈ ਅਸੀਂ ਤਵੱਜੋ ਇੱਕ ਗਾਣਾ ਹੈਗਾ ਆ, ਤੇ ਜ਼ਰਾ ਦਿਓ ਤਵੱਜੋ ਜੀ, ਇਹ ਮਸਲਾ ਕਈਆਂ ਦਾ, ਕਿਉਂਕਿ ਸਿੰਧ ਹੀ ਮਸਲਾ ਸੀ ਕੌਂਕਸ ਦੇ ਲਈ ਕਿ ਜਦੋਂ ਵੀ ਕੋਈ ਆਊਗਾ ਸਿੰਧ ਟੱਪੂਗਾ ਤੇ ਮਸਲਾ ਹੱਲ ਹੋਊਗਾ। ਸੋ ਇਸ ਤਰ੍ਹਾਂ ਸਾਰਿਆਂ ਨੂੰ ਅਸੀਂ ਡੈਡੀਕੇਟ ਕੀਤਾ। So all these rivers and then your dedication through the album. Through the album. Right. So whenever you're releasing an album, then what is the process? ਤੁਸੀਂ how do you deal with it? Do you go into the commercial market, bid for it, or you know I have these people, ਮੈਂ ਇਹਨਾਂ ਨੂੰ ਹੀ ਦੇਣੀ ਹੈ? How does it go? How is your market? ਨਹੀਂ, ਦੇਖੋ ਮੇਰਾ ਸਿਰਫ ਕੰਮ ਹੈ ਕਿ ਮੈਂ ਗਾਣੇ ਤਾਂ ਲਿਖਤਾ ਹੋ ਜਾਂਦੇ ਆ ਕਿ ਮੈਂ ਦੇਖ ਲਾਂ ਕਿਹੜੇ ਕਿਹੜੇ ਗਾਣੇ ਗਾਉਣੇ ਆ ਜਾਂ ਰਿਕਾਰਡ ਕਰਨੇ ਆ, ਉਹ ਕਰਕੇ ਮੈਂ ਰਿਕਾਰਡ ਕਰ ਲੈਂਦਾ। ਫਿਰ ਮੇਜਰਲੀ ਜਿੱਦਾਂ ਬੀਟ ਨਾਲ ਬੈਠ ਕੇ ਸਾਰੇ ਗਾਣੇ ਬੇਸਿਕ ਬਣ ਗਿਆ, ਫਿਰ ਹੌਲੀ ਹੌਲੀ ਡਿਵੈਲਪ ਹੁੰਦੇ ਗਏ। ਸੰਦੀਪ ਨੂੰ ਦੱਸਦੇ ਗਏ ਇੰਨੀਆਂ ਵੀਡੀਓਜ਼ ਆ, ਕਿੱਥੇ ਕਿੱਥੇ ਕਰਨੇ ਆ, ਤੂੰ ਦੇਖ ਲੈ ਕਦੋਂ ਟਾਈਮ ਹੈ, ਮੇਰੇ ਕੋਲ ਆਹ ਡੇਟਸ ਨੇ। ਉਸ ਤੋਂ ਬਾਅਦ ਦਾ ਮੇਰਾ ਕੋਈ ਇਨਵੋਲਵਮੈਂਟ ਨਹੀਂ ਹੈ। ਉਸ ਤੋਂ ਬਾਅਦ ਟੀਮ ਦੇਖਦੀ ਹੈ ਕਿ ਅੱਛਾ ਕਿਹਨੇ ਰਿਲੀਜ਼ ਕਰਨੀ ਹੈ। ਮੇਰੀ ਇੱਕ ਪਰਟੀਕੂਲਰ ਡੇਟ ਜ਼ਰੂਰ ਹੁੰਦੀ ਹੈ ਕਿ ਅੱਛਾ ਵਰਲਡ ਮਿਊਜ਼ਿਕ ਡੇ ਤੇ ਇਹ ਗਾਣਾ ਆਉਣਾ ਚਾਹੀਦਾ, ਵਟ ਐਵਰ ਇਟ ਇਜ਼, ਹੈ ਨਾ। ਇਹ ਬਾਕੀ ਤੁਹਾਡੀਆਂ ਡੀਲਿੰਗਸ ਨੇ ਕੀ ਕਰੋ। ਸੋ ਸਾਡੀ ਜਿਹੜੀ ਟੀਮ ਹੈ ਇੱਥੇ ਵੀ ਕੈਲੀਫੋਰਨੀਆ ਦੀ ਵੀ, ਉਹ ਸਾਰੀਆਂ ਇਹ ਡੀਲਿੰਗ ਕਰਦੇ, ਉਹਦੇ 'ਚ ਮੇਰਾ ਕੋਈ ਨਾਮ ਓਕੇ। ਉਹਦੇ 'ਚ ਤੁਸੀਂ ਇਨਵੋਲਵਮੈਂਟ ਨਹੀਂ। ਆਰ ਯੂ ਡਿਫਿਕਲਟ ਟੂ ਵਰਕ ਵਿਦ ਸਰਤਾਜ ਜੀ? I don't know. ਇਹ ਤਾਂ ਲੋਕ ਹੀ ਦੱਸ ਸਕਦੇ ਆ ਜਿਹੜੇ ਮੇਰੇ ਨਾਲ ਕੰਮ ਕਰਦੇ ਆ।
ਕਹਿ ਨਹੀਂ ਸਕਦਾ ਵੈਸੇ, ਮੈਂ ਬਹੁਤ ਲੀਨੀਅੰਟ ਆ। ਮੈਂ ਤੇ ਕਹਿੰਦਾ ਜਦੋਂ ਮੈਂ ਸੁਜੈਸ਼ਨ ਵੀ ਦੇਣੀ ਹੋਵੇ, ਫਰਜ਼ ਕਰੋ ਮੈਂ ਬੀਟ ਨੂੰ ਕਹਿੰਦਾ ਮੈਂ ਜੀ ਮੈਨੂੰ ਲੱਗੇ ਬਿਲਕੁਲ ਹੀ ਗਲਤ ਆ, ਮੈਂ ਕਹੂੰਗਾ ਬੀਟ ਯਾਰ ਇਦਾਂ ਵੀ ਵੈਸੇ ਹੋ ਸਕਦਾ, ਵੈਸੇ ਤੂੰ ਦੇਖ ਲਈ। ਮੇਰਾ ਕਹਿਣ ਦਾ ਇਹ ਤਰੀਕਾ ਹੈ। ਹਾਂਜੀ ਮਤਲਬ ਮੇਰਾ ਇਹ ਹੁੰਦਾ ਕਿ ਮੈਂ ਆਪਣਾ ਮਸ਼ਵਰਾ ਦੇਦਾ ਜੋ ਮੈਨੂੰ ਲੱਗਦਾ। ਉਸ ਤੋਂ ਬਾਅਦ ਜਿਹੜਾ ਬੰਦਾ ਤੁਸੀਂ ਜਿਹੜੇ ਕੰਮ ਲਈ ਹਾਇਰ ਕੀਤਾ ਉਹਨੂੰ ਉਹਦੀ ਬਿਊਟੀ ਵੀ ਰਹਿਣ ਦਿਓ। ਉਹਦਾ ਜੇ ਤੁਸੀਂ ਉਹਦੀ ਸੋਚ ਹੀ ਨਹੀਂ ਲੈ ਰਹੇ ਜੋ ਕਰ ਰਹੇ ਆ, ਫਿਰ ਤੁਸੀਂ ਉਹਨੂੰ ਹਾਇਰ ਕਿਉਂ ਕਰ ਰਹੇ ਹੋ, ਹੈ ਨਾ? ਸੋ ਮੈਨੂੰ ਨਹੀਂ ਲੱਗਦਾ ਕਿ ਆਮ ਹਾਰਡ ਟੂ ਵਰਕ ਵਿਦ। ਹੀ ਇਜ਼ ਨਾਟ ਡਿਫਿਕਲਟ ਟੂ ਵਰਕ। ਜੀ ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ, ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜਦੇ ਨੇ ਅੱਖਰ। ਹੁਣ ਮੈਨੂੰ ਇਹ ਗੱਲ ਦੱਸੋ ਕਿ ਤੁਸੀਂ ਹਲੇ ਤੱਕ ਆਪਣੀ ਫਿਲਮ ਦੀ ਆਫੀਸ਼ੀਅਲ ਅਨਾਉਂਸਮੈਂਟ ਕਿਉਂ ਨਹੀਂ ਕੀਤੀ ਹੋਈ ਛੱਲੇ ਅਨਪੜ੍ਹ ਅੱਖੀਆਂ ਦੀ? ਉਹ ਇਸ ਕਰਕੇ ਕਿ ਉਹ ਹਾਲੇ ਵਰਕਿੰਗ ਟਾਈਟਲ ਸੀਗਾ, ਹਾਲੇ ਤਾਂ ਮੈਨੂੰ ਟਾਈਟਲ ਮਤਲਬ ਹੋਰ ਲੱਭ ਰਹੇ ਆ ਬੇਸਿਕਲੀ। ਜੇ ਨਹੀਂ ਹੋਇਆ ਤੇ ਇਹ ਤੇ ਹੈਗਾ ਹੀ ਹੈਗਾ। ਮੈਨੂੰ ਟਾਈਟਲਸ ਤੇ ਬਹੁਤ ਹੋਰ ਹੁੰਦੀ ਆ, ਕੀ ਕਹਿੰਦੇ ਹੁੰਦੇ ਆ ਕਿ ਅੱਛਾ ਯਾਰ ਕੀ ਟਾਈਟਲ ਰੱਖੀਏ। ਰਾਈਟ। ਮੈਨੂੰ ਸਭ ਤੋਂ ਜ਼ਿਆਦਾ ਅਟਰੈਕਟ ਕਰਦੇ ਆ ਟਾਈਟਲਸ। ਸੋ ਦ ਫਿਲਮ ਹੈਜ਼ ਬੀਨ ਸ਼ਾਟ ਕੰਪਲੀਟਲੀ 100%। ਹਾਂਜੀ। ਵੈਨ ਡੂ ਯੂ ਪਲਾਨ ਟੂ ਰਿਲੀਜ਼ ਇਟ? ਉਹ 24th ਆਫ ਅਪ੍ਰੈਲ ਨੂੰ ਅਸੀਂ ਸ਼ੂਟ, ਮੈਂ 32 ਆਵਰਸ ਕੰਟੀਨਿਊਸਲੀ ਕੈਮਰਾ ਫੇਸ ਕਰਕੇ ਸ਼ੂਟ ਮੁਕਾ ਕੇ ਸ਼ਾਮ ਨੂੰ ਫਲਾਈਟ ਫੜੀ ਸੀ ਆਸਟ੍ਰੇਲੀਆ ਲਈ। ਅੱਛਾ ਜੀ। ਹਾਂਜੀ ਮੁਕੰਮਲ ਕਰ ਗਏ ਸੀ। ਹੁਣ ਐਡੀਟਿੰਗ ਟੇਬਲ ਤੇ ਹੈਗੀ, ਉਹਦੇ ਮਿਊਜ਼ਿਕ ਬਣਨੇ ਆ, ਬੈਕਗ੍ਰਾਉਂਡ ਸਕੋਰ ਹੋਣਾ। ਮੈਨੂੰ ਇਹ ਕਿ ਫਸਟ ਐਡਿਟ ਆ ਜਾਏ ਸਾਡੇ ਕੋਲ, ਫਿਰ ਉਹਨੂੰ ਦੇਖ ਕੇ ਸਾਨੂੰ ਲੱਗੇ ਕਿ ਅੱਛਾ ਇਹਨੂੰ ਇਹ ਚੀਜ਼ ਜੱਚ ਰਹੀ ਹੈ, ਇਸ ਤਰ੍ਹਾਂ ਇਹਦਾ ਪੋਰਟਰੇਟ ਹੋ ਸਕਦਾ, ਦੈਨ ਵੀ ਵਿਲ ਅਨਾਉਂਸ ਦੈਟ। So then you will officially announce. Now this is one man who wants to see the first edit and then give an official announcement of the film. And it ਪਤਾ ਨਹੀਂ ਹੁੰਦਾ ਸਟੋਰੀ ਕੀ ਹੈ, ਟਾਈਟਲ ਕੀ, ਉਹ ਪਹਿਲੇ ਅਨਾਉਂਸ ਕਰ ਦਿੰਦੇ ਨੇ ਕਿ ਆਪਾਂ ਮਹੀਨੇ ਬਾਅਦ ਇਹ ਪਿਕਚਰ ਰਿਲੀਜ਼ ਕਰਨ ਲੱਗੇ ਹਾਂ। ਸੋ ਦਿਸ ਇਜ਼ ਦ ਟ੍ਰੈਂਡ। ਮੈਂ ਤੁਹਾਨੂੰ ਕਹਿੰਦਾ ਨਾ, whenever you're bringing something you actually spank them on the face and say, you know what, this is how work is done. Oh goodness, no I am not doing this purposely at all, but ਮੇਰਾ ਮੈਨੂੰ ਲੱਗਦਾ ਕਿ ਮੇਰੀ ਅਨਅਵੇਅਰ ਹੋਣ ਦੀ ਕਰਕੇ ਹੈ ਸਾਰੀਆਂ ਚੀਜ਼ਾਂ। ਮੈਨੂੰ ਕੁਝ ਨਹੀਂ ਪਤਾ ਹੁੰਦਾ ਮਾਰਕੀਟ 'ਚ ਕੀ ਚੱਲ ਰਿਹਾ, ਕੌਣ ਕੀ ਕਰ ਰਿਹਾ। Good for you, no? Probably yeah, ignorance is a bliss. Speaks up. I know. Good for him. Don't tell him what is going on. Acha, Sartaj ji, there is a lot of firsts to your credit. First urban man to walk the Cannes, first urban man to be honoured by the New Zealand Parliament, first urban man to perform at the Opera House, and many more. Okay. है ना जी? ਤੇ ਰੋਜ਼ਮਰਾ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਯੂ نو ਕਿਸੇ ਦੇ ਬੱਚੇ ਨੇ ਛਿੱਕ ਮਾਰੀ, ਉਹ ਹੈਡਲਾਈਨ ਬਣਾਤਾ, ਕਿਸੇ ਦੀ ਊਪਸ ਮੂਮੈਂਟ ਹੋ ਗਈ, ਉਹ ਹੈਡਲਾਈਨ ਬਣ ਗਈ। ਪਰ ਇਦਾਂ ਦੀਆਂ ਖਬਰਾਂ ਜਿਹੜੀਆਂ ਤੁਹਾਡੀਆਂ ਹੈਗੀਆਂ, ਦ ਫਰਸਟ ਅਰਬਨ ਮੈਨ ਟੂ ਬੀ ਸਮਬਡੀ, ਯੂ نو, ਉਹ ਜਦੋਂ ਹੈਡਲਾਈਨਸ ਨਹੀਂ ਬਣਾਉਂਦੀ, ਰਾਦਰ ਜੇ ਲੋਕਲ ਮੀਡੀਆ ਵੀ ਤੁਹਾਨੂੰ ਸਪੋਰਟ ਨਹੀਂ ਕਰਦੀ, ਵਾਟ ਇਜ਼ ਯੂਰ ਰਿਐਕਸ਼ਨ ਟੂ ਦੈਟ? ਤੁਸੀਂ ਮੈਨੂੰ ਪਹਿਲੀ ਵਾਰੀ ਦੱਸ ਰਹੇ ਹੋ ਕਿ ਅੱਛਾ ਜੇ ਮੀਡੀਆ ਕਰਦਾ ਜਾਂ ਨਹੀਂ ਕਰਦਾ ਰਿਐਕਸ਼ਨ ਹੋਣਾ ਚਾਹੀਦਾ। ਮੈਂ ਤੁਹਾਨੂੰ ਦੱਸਿਆ ਕਿ ਮੈਨੂੰ ਓਨੈਸਟਲੀ ਜੇ ਤੁਸੀਂ ਕਸਮ ਖਵਾ ਕੇ ਪੁੱਛੋ ਤਾਂ ਮੈਨੂੰ ਵਾਕਈ ਨਹੀਂ ਪਤਾ ਹੁੰਦਾ ਕਿ ਕਿਹੜੀ ਖਬਰ ਲੱਗ ਰਹੀ ਹੈ, ਕਿਹੜੀ ਨਹੀਂ ਲੱਗ ਰਹੀ ਹੈ। ਮੈਂ ਤੇ ਜਿੱਦਾਂ ਨਹੀਂ ਹੁੰਦਾ ਕਿ ਬਸ ਆਪਣੀ ਧੁਨ ਦੇ ਵਿੱਚ ਅੱਛਾ ਇੱਥੇ ਜਾਏ ਠੀਕ ਆ, ਹੋ ਗਿਆ, ਇਹ ਹੋ ਗਿਆ, ਇਹ ਹੋ ਗਿਆ, ਅੱਗੇ ਕਰ ਲਈਏ, ਇਹ ਕਰ ਲਈਏ। ਸੋ ਉਹਦੇ ਆਫਟਰ ਇਫੈਕਟਸ ਜਾਉਂ ਕਿ ਕਿੱਥੇ ਪੋਰਟਰੇ ਹੋਣਾ ਚਾਹੀਦਾ, ਕਿੱਥੇ ਪਲੇਸਮੈਂਟ ਹੋਣੀ ਚਾਹੀਦੀ ਹੈ, ਮੈਂ ਓਨੈਸਟਲੀ ਕਦੀ ਨਹੀਂ ਸੋਚਿਆ। ਮੈਨੂੰ ਕਦੀ ਕੋਈ ਬੰਦੇ ਮਾੜੇ ਲੱਗਦੇ ਹੀ ਨਹੀਂ ਆ, ਕੋਈ ਵੀ, ਚਾਹੇ ਮੇਰੇ ਕਿਸੇ ਨੇ ਖਿਲਾਫ ਵੀ ਬੋਲਿਆ ਹੋਵੇ ਜਾਂ ਤਾਂ ਮੈਨੂੰ ਪਤਾ ਨਹੀਂ ਹੁੰਦਾ, ਜੇ ਪਤਾ ਵੀ ਮੈਂ ਕਿਹਾ ਚੱਲ ਪਤਾ ਨਹੀਂ ਇਹਦਾ ਕੋਈ ਉਸ ਤਰ੍ਹਾਂ ਮਨ ਹੋਣਾ ਨਹੀਂ, ਬੋਲਤਾ ਹੋਣਾ। ਯੂ ਆਰ ਨਾਟ ਅ PR savvy artist? Not at all. Not at all. ਵਾਹ, ਇਹ ਵੀ ਇਦਾਂ ਦੇ ਵੀ ਲੋਕ ਹੈ। ਐਨੀਵੇਜ਼ ਓਕੇ, ਇੱਕ ਤੁਸੀਂ ਸਾਰੀ ਗਲੋਬ ਦੇ ਵਿੱਚ ਪਰਫਾਰਮ ਕਰਦੇ ਹੋ, ਬਹੁਤ ਸਾਰੇ ਲੋਕ ਪੰਜਾਬੀ ਜਿਹੜੇ ਬੋਲਦੇ ਨੇ ਤੁਹਾਨੂੰ ਮਿਲਦੇ ਨੇ, ਯੂ نو ਦੇ ਸ਼ਾਵਰ ਅ ਲੋਟ ਆਫ ਲਵ ਔਨ ਯੋਰ ਆਰਟਿਸਟਰੀ। ਸੋ ਹਾਲ ਹੀ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਪਾਕਿਸਤਾਨੀ ਆਰਟਿਸਟ 'ਤੇ ਬੈਨ ਲੱਗਿਆ ਹੋਇਆ, ਕਿਆ ਸਟਿਲ ਇਟ ਇਜ਼? ਯੈਸ। ਓਕੇ। ਸੋ ਬਹੁਤ ਯਾਨੀ ਇੱਦਾਂ ਦਾ ਹੈਗਾ ਕਿ ਪਾਕਿਸਤਾਨ ਦੇ ਵਿੱਚ ਸਾਡੀਆਂ ਫਿਲਮਾਂ ਨਹੀਂ ਰਿਲੀਜ਼ ਹੁੰਦੀਆਂ, ਪਾਕਿਸਤਾਨ ਦਾ ਅਸੀਂ 에ਅਰ ਬੇਸ ਨਹੀਂ ਯੂਜ਼ ਕਰਦੇ, ਸੋ ਦੇयर ਇਜ਼ ਅ ਲੋਟ ਆਫ ਥਿੰਗਸ ਗੋਇੰਗ ਔਨ। ਓਕੇ। ਸੋ ਵੈਨ ਯੂ ਮੀਟ ਪੀਪਲ ਯੂ نو who are from that part of the country, that part of the world, what is the difference or what is the same thing that you feel? ਕਿਉਂਕਿ ਤੁਹਾਨੂੰ ਤੇ ਮੈਨੂੰ ਲੱਗਦਾ ਸਾਰੇ ਹੀ ਸੁਣਦੇ। ਦੇਖੋ ਸਾਨੂੰ ਤੇ ਜਿੱਦਾਂ ਸੋਸ਼ਲ ਮੀਡੀਆ ਤੋਂ ਰਾਵਾਂ ਮਿਲ ਜਾਂਦੀਆਂ, ਕਈ ਵਾਰੀ ਫੋਨ ਆਉਂਦੇ ਆ, ਸਾਡਾ ਜਿਵੇਂ ਆਫਿਸ 'ਚ ਹੁੰਦੇ ਆ, ਉੱਥੇ ਲਿਖਿਆ ਹੁੰਦਾ +92, ਰਾਈਟ, ਤੇ ਉਹ ਕਹਿੰਦੇ ਪਾਕਿਸਤਾਨ ਤੋਂ ਕਾਲ ਆ, 16 ਮਿਸ ਕਾਲ ਹੁੰਦੀਆਂ। ਮੈਂ ਕਿਹਾ ਯਾਰ ਚੱਕ ਲਓ, ਪਤਾ ਨਹੀਂ ਕੀ ਹੋਣਾ। ਤੇ ਫਿਰ ਉਹ ਮੈਨੂੰ ਕਹਿੰਦੇ ਕਿ ਅੱਛਾ ਜੀ ਹਮਨੇ ਬੰਬੇ ਸੇ, ਮੈਂ ਇਹ ਬੋਲ ਰਹੀ ਹੂੰ, ਮੈਨੂੰ ਨਾਮ ਭੁੱਲ ਗਿਆ ਉਹਨਾਂ ਦਾ, ਕੁਝ ਸ਼ਾਇਰਾ ਸੀ, ਉਹ ਇਸਲਾਮਾਬਾਦ ਦੇ ਨੇੜੇ ਕਿਸੇ ਲਿਟਰੇਚਰ ਦੇ ਪ੍ਰੋਫੈਸਰ ਸੀਗੇ, कि मैंने बस आपको ये दुआ देनी थी कि आप इतनी अच्छी अफसानागरी करते हैं, खुदा आपको नियामत बख्शे, आप उम्र दराज हों, ਇੰਨੀ ਸਾਰੀਆਂ ਦੁਆਵਾਂ ਦੇਤੀਆਂ ਉਹਨਾਂ ਨੇ ਉਰਦੂ ਵਿੱਚ, ਹੈ ਨਾ।
ਤੇ ਫਿਰ ਮੈਨੂੰ ਕਾਲ ਆਈ ਕਮਲਜੀਤ ਇੱਕ ਨਹੀਂ ਹੈਗੇ ਟੌਲ ਜੀ, ਐਕਟਰਸ ਜੀ। ਕਹਿੰਦੇ ਕਿ ਮੇਰੇ ਤੋਂ ਨੰਬਰ ਲਿਆ ਸੀ ਉਹਨਾਂ ਨੇ ਤੇ ਮੈਂ ਕਿਹਾ ਕਿ ਉਹ ਤੁਹਾਡੇ ਬਹੁਤ ਐਡਮਾਇਰਰ ਆ, ਮੈਂ ਤੁਹਾਡੇ ਨਾਲ ਗੱਲ ਕਰ ਲੈਣੀ ਮੈਂ ਕਿਹਾ ਜੀ ਡੈਫੀਨੇਟਲੀ ਕੋਈ ਵਾਰੀ ਚੱਕਰ ਨਹੀਂ। ਸੋ ਮੈਨੂੰ ਤੇ ਜਦੋਂ ਵੀ ਕੋਈ ਇਨਫੋਰਮੇਸ਼ਨ ਮਿਲੀ ਹੈ ਜਾਂ ਕੁਝ ਮਿਲੀ ਹੈ ਇੰਨੀ ਓਵਰਵੈਲਮਿੰਗ, ਇੰਨੀ ਅਫੈਕਸ਼ਨੇਟ ਆਲ ਦਾ ਟਾਈਮ। ਸਾਨੂੰ ਕਈ ਵਾਰੀ ਸਾਡਾ ਪਿਛਲੀ ਵਾਰੀ ਆਰਸੀ ਗਾਣਾ ਸੀ ਪਿੰਡ ਮੁਲਤਾਨ ਦੇ ਲਾਗੇ, ਕੋਈ ਦੋ ਮੁੰਡੇ ਖੇਤਾਂ 'ਚ ਉਹਨਾਂ ਨੇ ਨਾ ਵੀਡੀਓ ਬਣਾਈ ਹੋਈ ਆਪਣੇ ਸਟਾਈਲ 'ਚ ਗਾ ਰਹੇ ਆ, ਪਤਾ ਨਹੀਂ ਕਿ ਉਹਦਾ ਕੋਈ ਟੱਪਾ ਸੀ, ਮੈਨੂੰ ਐਡਾ ਸੋਹਣਾ ਲੱਗਿਆ, ਮੈਂ ਕਿਹਾ ਯਾਰ ਮੇਰੇ ਨਾਲ ਤੇ ਬਹੁਤ ਜ਼ਿਆਦਾ ਸੋਹਣਾ ਗਾ ਰਿਹਾ ਹੈ। ਤੇ ਉਹ ਲਜ਼ਤ ਜਿਹੜੀ ਖੇਤੀਬਾੜੀ ਦੀ, ਕਿਸਾਨੀ ਦੀ, ਸਾਰਾ ਮਤਲਬ ਰॉनेस ਮੈਨੂੰ ਬੜਾ ਚੰਗਾ ਲੱਗਦਾ ਸਾਰਾ ਕੁਝ, ਤੇ ਮੈਨੂੰ ਤੇ ਪਿਆਰ ਹੀ ਹੈ। ਬਾਕੀ ਹੁਣ ਪੋਲੀਟੀਕਲੀ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਉਹ ਵੱਡੀਆਂ ਜਿਹੜੇ ਦਿਮਾਗਾਂ ਵਾਲੇ ਲੋਕ ਹੈ ਉਹ ਡਿਸੀਜਨ ਲੈਣਗੇ, ਓਬਵੀਅਸਲੀ ਜਾਇਜ਼ ਹੀ ਹੋਊਗਾ ਹਰ ਕੰਟਰੀ ਲਈ। ਪਰ ਜੇ ਤੁਸੀਂ ਮੁਹੱਬਤ ਦੀ ਗੱਲ ਕਰੋ ਜਾਂ ਆਰਟ ਦੀ ਗੱਲ ਕਰੋ ਤੇ ਮੈਨੂੰ ਜੇਕਰ ਸਾਡਾ ਲੰਡਨ ਵਾਲਾ ਜੇ ਰਾਇਲ ਆਲਬਰਟ ਹਾਲ ਆ ਜੀ, ਜੇ 40 ਨਹੀਂ ਤਾਂ 35% ਪਾਕਿਸਤਾਨੀ ਪੰਜਾਬੀ ਹੁੰਦੇ ਆ। ਠੀਕ ਹੈ ਜੀ। ਬੋਸਟਨ ਅਸੀਂ ਕਰੀਏ ਤੇ ਸਾਡਾ ਹੋਸਟ ਹੀ ਮੁਲਤਾਨ ਦਾ ਹੁੰਦਾ। ਪੈਰਿਸ ਅਸੀਂ ਕਰੀਏ DIP ਇੱਕ ਦੋਸਤੀ ਇੰਡੀਆ ਪਾਕਿਸਤਾਨ ਇੱਕ ਫਰਮ ਬਣੀ ਹੋਈ ਆ, ਉਹ ਕਰਦੇ ਆ। ਸੋ ਮੈਂ ਤੇ ਮੁਹੱਬਤ ਦੇ ਹੱਕ 'ਚ ਹੀ ਆ, ਬਾਕੀ ਤੁਸੀਂ ਜ਼ਿਆਦਾ ਜਾਣਦੇ ਪੋਲਿਟਿਕਸ ਟੂ। ਹਾਂਜੀ। ਵਨ ਆਫ ਦ ਮੋਸਟ ਇੰਪੋਰਟੈਂਟ ਕੁਐਸਚਨ, ਤੁਹਾਡੇ ਵੀ ਕਿਸੇ ਗਾਣੇ ਨੂੰ ਛੇੜਛਾੜ ਕਰਨ ਦੀ ਕੋਈ ਰਿਕੁਐਸਟ ਆਈ ਬਾਲੀਵੁੱਡ ਵੱਲੋਂ ਕਿ ਸਰਤਾਜ ਜੀ का ये वाला गाना हमने रुइन करना है? ਅਕਸਰ ਸਾਡੇ ਗਾਣੇ ਰੂਇਨ ਕਰ ਦਿੰਦੇ ਆਈ ਡੋਨਟ ਨੋ ਕਿ ਮੈਨੂੰ ਹੁਣ ਦੱਸਣਾ ਚਾਹੀਦਾ ਕਿ ਨਹੀਂ, ਬਸ ਜਲਸਾ ਗਾਣੇ ਦੇ ਪਿੱਛੇ ਬਹੁਤ ਪਏ ਹੋਏ ਨੇ ਉਹ। ਅੱਛਾ ਕਿ ਅੱਛਾ ਇਹਨੂੰ ਅਸੀਂ ਦੁਬਾਰਾ ਰਿਲੀਜ਼ ਕਰਨਾ ਚਾਹੁੰਦੇ ਹਾਂ, ਇਹ ਬਹੁਤ ਲਿਮਿਟਡ ਆਡੀਅנס ਤੱਕ ਰਹਿ ਗਿਆ, ਦਿਸ ਇਜ਼ ਅ ਮੈਸਿਵ ਸੌਂਗ ਦਿਸ ਦੈਟ। ਮੈਨੂੰ ਕਾਫੀ ਲੋਕਾਂ ਨੇ ਉਹਨੂੰ ਟਵੀਟ ਕੀਤਾ, ਕਈ ਫਿਲਮੀ ਪਾਰਟੀਆਂ 'ਚ ਉਹ ਕਹਿੰਦੇ ਵੱਜਦਾ ਹੁੰਦਾ। ਮੈਂ ਯਸ਼ ਰਾਜ ਇੱਕ ਵਾਰੀ ਗਿਆ, ਕਹਿੰਦੇ ਅੱਛਾ ये आपका गाना है? मैं क्या हाँ, ਤੇ ਕਹਿੰਦੇ ਅੱਛਾ हमने तो ये बहुत सुना, इसमें डांस किया। सो ਉਹ ਇਸ ਤਰ੍ਹਾਂ ਦੇ ਗਾਣੇ ਹੈਗੇ ਆ ਜਿਹੜੇ ਉਹ ਚਾਹੁੰਦੇ ਆ, ਪਰ ਮੇਰੀ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਹੁੰਦੀ ਹੈ ਕਿ ਚਲੋ ਰੂਇਨ ਨਾ ਹੋਵੇ, ਰੀਬਰਥ ਹੋ ਜਾਏ ਜਾਂ ਕੀ ਕਹਿੰਦੇ ਹੁੰਦੇ ਆ ਰਿਫਰਬਿਸ਼ ਹੋ ਜਾਏ, ਥੋੜਾ ਅਮੈਂਡ ਹੋ ਜਾਏ, ਕੁਝ ਵੀ ਹੋ ਜਾਏ। ਜੋ ਕਈ ਵਾਰੀ ਉਹ ਕਹਿੰਦੇ ਯਾਰ ਤੁਹਾਡੇ ਲਫ਼ਜ਼ ਬੜੇ ਗੂੜੇ ਆ, ਤੁਸੀਂ ਆਪ ਇਸਕੋ ਥੋੜਾ ਸਾਦਾ ਕਰ ਦਿਓ ਜੋ ਹਿੰਦੀ ਆਡੀਅנס ਵੀ ਸਮਝੇ। ਮੈਂ ਕਿਹਾ ਚਲੋ ਠੀਕ ਹੈ, ਆਈ ਵਿਲ ਟਰਾਈ। ਹਾਂ, ਯੂ ਐਕਸਪੈਕਟਿੰਗ ਸਾਦੇ ਵਰਡਸ ਫਰਮ ਸਤਿੰਦਰ ਸਰਤਾਜ? I mean, come on. So see, that is what it is. Maybe they want to ruin the flavor of the song. ਐਕਚੁਅਲੀ ਜੇ ਮੈਂ ਤੁਹਾਨੂੰ ਸਹੀ ਦੱਸਾਂ ਤੇ ਜਦੋਂ ਓਰੀਜਨੈਲਿਟੀ ਖਤਮ ਹੁੰਦੀ ਹੈ ਤੇ ਕੁਛ ਨਾ ਕੁਛ ਉਹਦੇ ਵਿੱਚ ਮਨਫੀ ਤਾਂ ਹੁੰਦਾ ਹੀ ਹੈ। ਪਰ ਹਰ ਇੱਕ ਬੰਦੇ ਦਾ ਨਜ਼ਰੀਆ ਹੈ, ਜਿਹਦਾ ਪਰਸੈਪਸ਼ਨ ਇਜ਼ ਐਵਰੀਥਿੰਗ, ਮਾਈਂਡ ਸੈਟ ਇਜ਼ ਐਵਰੀਥਿੰਗ। ਉਹਨਾਂ ਨੂੰ ਇਹ ਲੱਗਦਾ ਕਿ ਯਾਰ ਇਹ ਬੇਵਕੂਫ ਹੈ, ਦੇਖੋ ਕਿਹੋ ਜਿਹੀਆਂ ਔਖੀਆਂ ਚੀਜ਼ਾਂ ਗਾਈ ਜਾਂਦਾ, ਜਿਹਨੂੰ ਇਹ ਆਸਾਨ ਕਰ ਦੇ ਤੇ ਜ਼ਿਆਦਾ ਲੋਕਾਂ ਤੱਕ ਪਹੁੰਚੂਗੀ। ਮੇਰਾ ਇਹ ਹੈ ਕਿ ਯਾਰ ਜੋ ਪਰਮਾਤਮਾ ਨੇ ਤੁਹਾਨੂੰ ਜਿਸ ਤਰ੍ਹਾਂ ਦੀ ਬਖਸ਼ਿਸ਼ ਨਾਲ ਨਵਾਜ਼ਿਆ, ਜੇ ਤੁਸੀਂ ਉਹਨੂੰ ਟਰੂ ਸੈਲਫ ਨਾਲ ਦੇ ਨਹੀਂ ਸਕਦੇ ਫਿਰ ਤੁਹਾਡੇ ਆਰਟਿਸਟ ਹੋਣ ਦਾ ਕੀ ਫਾਇਦਾ। ਸੋ ਇਹ ਦੋਨੋਂ ਮਾਈਂਡ ਸੈਟ ਅਲੱਗ-ਅਲੱਗ ਨੇ। ਟਰੂ, ਉਹ ਕਮਰਸ਼ੀਅਲ ਮਾਈਂਡ ਸੈਟ ਹੋ ਗਿਆ। ਹਾਂ, ਆਲਰਾਈਟ। ਸੋ ਸਰਤਾਜ ਜੀ, ਹੁਣ ਆਉਣ ਵਾਲਾ ਜਿਹੜਾ ਤੁਹਾਡਾ ਟੂਰ ਹੈਗਾ ਉਹ ਕਿੱਥੇ ਦਾ ਹੈ ਤੇ ਕਦੋਂ? ਉਹਨੂੰ ਅਸੀਂ ਨਾਮ ਦਿੱਤਾ ਸੋਵਰਨ ਟੂਰ ਆਫ ਸਟੇਟਸ, ਯੂਨਾਈਟਿਡ ਸਟੇਟਸ ਆਫ ਅਮਰੀਕਾ ਦਾ ਟੂਰ ਹੈ ਜੀ। ਜੁਲਾਈ 27 ਨਿਊਯਾਰਕ ਤੋਂ ਸਟਾਰਟ ਹੋ ਰਿਹਾ, 24 ਆਫ ਅਗਸਤ ਸਿਆਟਲ ਖਤਮ ਹੋਏਗਾ। ਫਿਲਹਾਲ ਜੇ ਉਹਦੇ 'ਚ ਇਜ਼ਾਫਤ ਹੋ ਗਈ ਕੁਝ ਸ਼ੋਜ਼ ਵੀ ਕਹਿ ਨਹੀਂ ਸਕਦੇ। ਸੋ ਇਸ ਵਾਰੀ ਤੇ ਸਾਡਾ ਮੈਨੂੰ ਲੱਗਦਾ 6th ਟੂਰ ਹੈ ਸਟੇਟਸ ਦਾ। ਉਹ ਬੜੀ ਡਿਫਰੈਂਟ ਜੀ ਆਡੀਅנס ਹੈ, ਬੜੀ ਸਟਲ, ਉਹ ਛੇਤੀ ਕਿਤੇ ਰਿਸਪੌਂਸ ਨਹੀਂ ਦਿੰਦੇ। ਹਾਂ, ਬੈਠੇ ਰਹਿਣਗੇ ਉਹਨੂੰ ਸਭ, ਕਿਉਂਕਿ ਉੱਥੇ ਸਾਰੇ ਜਾਂ ਤਾਂ ਬਹੁਤ ਹੀ ਡਾਕਟਰ, ਇੰਜੀਨੀਅਰਸ, ਦਿਸ ਦੈਟ, ਉਹਨਾਂ ਨੇ ਹੁੰਦਾ ਕਿ ਅੱਛਾ ਵੀ ਆਰ ਅੰਡਰਸਟੈਂਡਿੰਗ, ਆਈ ਨੋ ਵਟ ਯੂ ਆਰ ਸਿੰਗਿੰਗ, ਇਟਸ ਫਾਈਨ ਕਾਈਂਡ ਆਫ ਨਾ ਬਹੁਤ। ਪਰ ਜਦੋਂ ਬਹੁਤ ਜ਼ਿਆਦਾ ਚੰਗਾ ਲੱਗੇ ਫਿਰ ਉਹ ਤਾੜੀ ਮਾਰਦੇ ਆ। ਸੋ ਮੇਰੀ ਇਸ ਵਾਰੀ ਕੋਸ਼ਿਸ਼ ਰਹੂਗੀ ਕਿ ਮੈਂ ਉਹਨਾਂ ਨੂੰ ਖੁਸ਼ ਕਰਕੇ ਆਵਾਂ। ਟਰੂ। ਸੋ ਸਾਨੂੰ ਉਮੀਦ ਹੈ ਕਿ ਉਹ ਖੁਸ਼ ਹੋਣਗੇ, ਬਿਕਾਜ਼ ਯੂ ਨੋ ਦਿਸ ਕਾਈਂਡ ਆਫ ਸੌਂਗਸ ਦਿਸ ਮੈਨ ਇਜ਼ delivering to the market, they are actually a world apart. They're not ਸਾਡੇ ਵਾਲੀ ਦੁਨੀਆ, they're a different ਦੁਨੀਆ. You have your own world and you know people love you for that. So thank you for talking to us on Kent Punjab, and we wish that more songs come our way and you know they're blockbusters and chartbusters. Trending ਹੁੰਦਾ ਹੈ ਕਿ ਨਹੀਂ ਹੁੰਦਾ ਉਹ ਸਾਨੂੰ ਨਹੀਂ ਪਤਾ, ਪਰ ਸਾਨੂੰ ਇਹ ਪਤਾ ਕਿ ਲੋਕਾਂ ਤੱਕ ਬਹੁਤ ਅੱਛੇ ਤਰੀਕੇ ਨਾਲ ਪਹੁੰਚਦੇ ਆ। ਹਾਂਜੀ ਹਾਂ, ਬੇਸਿਕਲੀ ਮੈਂ ਇਸ ਵਾਰੀ ਬੜੀ ਹੈਰਾਨੀ ਹੋਈ ਹੈ, ਸਰਪ੍ਰਾਈਜ਼ਿੰਗ ਐਲੀਮੈਂਟ ਸੀਗਾ ਕਿ ਜਿਸ ਦਿਨ ਸਾਡੀ ਪ੍ਰੈਸ ਕਾਨਫਰੰਸ ਸੀਗੀ ਉਸ ਦਿਨ ਮੈਨੂੰ ਕਿਹਾ ਕਿ ਯਾਰ ਤੁਹਾਡਾ ਜਿਹੜਾ ਗੁਰਮੁਖੀ ਦਾ ਬੇਟਾ ਹੈ ਉਹ YouTube ਦੀ ਟ੍ਰੈਂਡਿੰਗ ਨੰਬਰ 1 ਤੇ ਹੈ। ਮੈਂ ਕਿਹਾ ਅੱਛਾ ਰੀਅਲੀ? ਸਤਿੰਦਰ ਸਰਤਾਜ ਗੁਰਮੁਖੀ ਦਾ ਬੇਟਾ ਟ੍ਰੈਂਡਿੰਗ ਨੰਬਰ 1? ਮੈਂ ਕਿਹਾ ਇਟਸ ਪੋਸੀਬਲ। ਫਿਰ ਉਹਨਾਂ ਨੇ ਮੈਨੂੰ ਦਿਖਾਇਆ, ਮੈਂ ਕਿਹਾ ਓਕੇ ਵੈਰੀ ਗੁੱਡ, ਥੈਂਕ ਯੂ ਵੈਰੀ ਮਚ। ਜਿਹੜੇ ਮੈਨੂੰ ਪਿਆਰ ਕਰ ਰਹੇ ਆ, ਜਿਨ੍ਹਾਂ ਨੇ ਸਤਿਕਾਰ ਦਿੱਤਾ, ਔਰ ਇਸੇ ਤਰ੍ਹਾਂ ਸੁਣਦੇ ਰਹੋ। ਸਾਡੇ ਨਿਮਾਣੇ ਜਿਹੇ ਅਫਸਾਨੇ ਹੋ ਸਕਦਾ ਤੁਹਾਨੂੰ ਕਈ ਵਾਰੀ ਔਖੇ ਵੀ ਲੱਗਦੇ ਆ, ਮਾੜੇ ਬੋਰ ਵੀ ਲੱਗਦੇ ਹੋਣਗੇ, ਬਟ ਦਿਸ ਇਜ਼ ਵਟ ਆਈ ਐਮ। ਸੋ ਮੈਂ ਕੋਸ਼ਿਸ਼ ਕਰਦਾ ਰਹੂੰਗਾ ਕਿ ਤੁਸੀਂ ਖੁਸ਼ ਹੋਵੋ ਸਾਡੀਆਂ ਰਚਨਾਵਾਂ ਤੋਂ। ਥੈਂਕ ਯੂ ਫॉर ਟਾਕਿੰਗ ਟੂ ਅਸ ਇਨ ਕੈਨੇਡਾ। ਥੈਂਕ ਯੂ, ਸਤਿ ਸ਼੍ਰੀ ਅਕਾਲ। ਥੈਂਕ ਯੂ। ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ, ਮਾਂ ਖੇਲਣੇ ਨੂੰ ਦਿੱਤੇ
ਬੜੀ ਲੋਰ ਦੇ ਨੇ ਅੱਖਰ Don't forget to subscribe Ken Punjab channel and hit bell icon for more Bollywood updates. Kent Punjab.